ਹੈਲੋ ਨਮਸਕਾਰ ਵਿਦਿਆਰਥੀ ਸਾਥੀਓ, ਕੁੱਬਾ ਲਰਨੋਲ ਜੀ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਮਾਸਟਰ ਕੈਡਰ ਅਤੇ ਲੈਕਚਰਰ ਹਿਸਟਰੀ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜੇਕਰ ਵਿਦਿਆਰਥੀ UGC ਨੈਟ ਕਲੀਅਰ ਕਰਨਾ ਚਾਹੁੰਦੇ ਹਨ ਹਿਸਟਰੀ ਦੇ ਵਿੱਚ, ਇਹ ਵੀਡੀਓ ਉਹਨਾਂ ਦੇ ਲਈ ਵੀ ਲਾਹੇਵੰਦ ਸਿੱਧ ਹੋਵੇਗੀ। ਅਸੀਂ ਇਹ ਪਾਰਟ ਦੇ ਵਿੱਚ ਕਰ ਚੁੱਕੇ ਸੀਗੇ ਪੂਰਵ ਇਤਿਹਾਸ ਅਤੇ ਪ੍ਰਾਚੀਨ ਭਾਰਤ ਦੇ ਜੋ ਪੁਰਾਤਨ ਭਾਵ ਪੁਰਾਣੇ ਸਰੋਤ ਨੇ, ਠੀਕ ਹੈ, ਜਿਨ੍ਹਾਂ ਤੋਂ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ, ਉਹਨਾਂ ਦੇ ਬਾਰੇ ਵਿੱਚ ਅਸੀਂ ਇਹ ਪਾਰਟ ਕੰਪਲੀਟ ਕਰ ਚੁੱਕੇ ਸੀ। ਸੋ ਆਪਾਂ ਇਹ ਪਾਰਟ ਦੇ ਅੰਤ ਦੇ ਵਿੱਚ ਭਾਵ ਕਿ ਲਾਸਟ ਦੇ ਵਿੱਚ ਕੀ ਪੜ੍ਹਿਆ ਸੀਗਾ ਕਿ ਕਿਹੜਾ ਪੋਰਟਫੋਲੀਓ ਸੀਗਾ ਜਿਸ ਦੇ ਦੌਰਾਨ ਜਿਹੜੇ ਪੁਰਾਤਨ ਸਰੋਤ ਅਸੀਂ ਸਮਝੇ ਸੀ ਕਿਹੜੇ ਸਨ। ਸੋ ਆਓ ਆਪਾਂ ਅੱਜ ਉਹਨਾਂ ਪੁਰਾਤਨ ਸਰੋਤਾਂ ਨੂੰ ਡੈਪਥ ਦੇ ਨਾਲ ਜਾਣੀਏ ਕਿ ਉਹਨਾਂ ਦੇ ਵਿੱਚ ਜੋ ਮੌਜੂਦ ਹੈ, ਭਾਵ ਕਿ ਚਾਹੇ ਉਹ ਸ਼ਿਲਾਲੇਖ ਹੋਣ, ਚਾਹੇ ਖੁਦਾਈ ਹੋਵੇ, ਚਾਹੇ ਸਮਾਰਕ ਹੋਣ, ਚਾਹੇ ਉਹ ਲਿਖਤੀ ਇਤਿਹਾਸ ਹੋਵੇ, ਜੋ ਉਹਨਾਂ ਦੇ ਵਿੱਚ ਮੌਜੂਦ ਸੀ, ਅੱਜ ਅਸੀਂ ਉਹਨਾਂ ਦੇ ਬਾਰੇ ਵਿੱਚ ਜਾਣਾਂਗੇ। ਸੋ ਆਓ ਵਿਦਿਆਰਥੀਓ ਆਪਾਂ ਇਸ ਦੀ ਚਰਚਾ ਕਰੀਏ। ਸਭ ਤੋਂ ਪਹਿਲਾਂ ਵਿਦਿਆਰਥੀ ਸਾਥੀਓ ਖੁਦਾਈ। ਵਿਦਿਆਰਥੀ ਸਾਥੀਓ, ਜਿਹੜਾ ਇਤਿਹਾਸ ਹੈ, ਹਿਸਟਰੀ ਹੈ, ਇਸ ਦਾ ਸੰਬੰਧ ਮੇਨ ਕਿਹਦੇ ਨਾਲ ਹੁੰਦਾ? ਖੁਦਾਈ ਦੇ ਨਾਲ ਹੀ ਹੁੰਦਾ, ਠੀਕ ਹੈ। ਜੇਕਰ ਖੁਦਾਈ ਹੋਏਗੀ, ਕੋਈ ਚੀਜ਼ ਪ੍ਰਾਪਤ ਹੋਵੇਗੀ, ਤਾਂ ਹੀ ਅਸੀਂ ਕਹਿ ਸਕਦੇ ਹਾਂ ਇਤਿਹਾਸ ਜਿਹੜਾ ਉਹ ਸਿਰਜਿਆ ਜਾਵੇਗਾ। ਸੋ ਆਓ ਆਪਾਂ ਪਹਿਲਾਂ ਖੁਦਾਈ ਦੇ ਬਾਰੇ ਵਿੱਚ ਪੜ੍ਹੀਏ। ਕਹਿੰਦੇ ਕਿ ਖੁਦਾਈ ਤੋਂ ਪ੍ਰਾਪਤ ਸਮੱਗਰੀ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਈ ਸੀ। ਜੇਕਰ ਗੱਲ ਕਰ ਰਹੀਏ ਆਪਾਂ ਮੋਹਨਜੋਦੜੋ ਤੇ ਹੜੱਪਾ ਦੀ, ਠੀਕ ਹੈ, ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇੱਥੋਂ ਹੀ ਖੁਦਾਈ ਹੋਈ ਤੇ ਇੱਥੋਂ ਅਲੱਗ-ਅਲੱਗ ਤਰ੍ਹਾਂ ਦਾ ਆਪਾਂ ਅੱਗੇ ਪੜ੍ਹਾਂਗੇ ਹੜੱਪਾ ਦੇ ਬਾਰੇ ਡੈਪਥ ਦੇ ਨਾਲ, ਤੁਹਾਡੇ ਸਿਲੇਬਸ ਦੇ ਵਿੱਚ ਵੀ ਮੌਜੂਦ ਹੈ। ਸਭ ਤੋਂ ਪਹਿਲਾ ਟੌਪਿਕ ਇੰਡਸ ਵੈਲੀ ਜਾਂ ਹੜੱਪਾ ਸਿਵਲਾਈਜੇਸ਼ਨ, ਜਿਸ ਨੂੰ ਕਹਿ ਦਿੰਦੇ ਹਾਂ ਕਿ ਹੜੱਪਾ ਦੇ ਵਿੱਚ ਕੀ ਮਿਲਿਆ ਸੀ ਤੇ ਕਿਵੇਂ ਮਿਲਿਆ ਸੀਗਾ। ਸੋ ਇਸ ਤੋਂ ਨਾਲ ਹੀ ਆਪਾਂ ਜਾਣਾਂਗੇ ਕਿ ਇਹ ਖੁਦਾਈ ਹੋਈ ਕਿਵੇਂ ਸੀਗੀ, ਠੀਕ ਹੈ। ਤਾਂ ਖੁਦਾਈ ਵਿੱਚ ਸਾਨੂੰ ਕੀ ਮਿਲਿਆ ਸੀ? ਸਾਨੂੰ ਉੱਥੋਂ ਦੇ ਨਗਰ ਪਤਾ ਲੱਗੇ ਸੀ ਕਿਹੜੇ ਸੀ ਤੇ ਕਿਵੇਂ ਕਿਹੜੀ ਯੋਜਨਾ ਨਾਲ ਬਣਾਏ ਗਏ ਸੀ, ਭਵਨ ਕਿਹੜੇ ਸੀ, ਮੰਦਿਰ ਕਿਹੜੇ ਸੀ, ਕਿਹੜੀ ਯੋਜਨਾ ਨਾਲ ਬਣਾਏ ਗਏ, ਤੇ ਸਾਨੂੰ ਕਿਲਿਆਂ ਦੇ ਬਾਰੇ ਵਿੱਚ ਵੀ ਖੁਦਾਈ ਤੋਂ ਹੀ ਪਤਾ ਲੱਗਾ। ਤੇ ਨਾਲ ਹੀ ਕਹਿੰਦੇ ਕਿ ਮੋਹਨਜੋਦੜੋ ਅਤੇ ਹੜੱਪਾ ਦੀ ਖੁਦਾਈ ਵਿੱਚ ਨਗਰ ਭਵਨ, ਮਨੁੱਖੀ ਸਰੀਰ, ਠੀਕ ਹੈ, ਪਿੰਜਰ ਮਿਲੇ ਸੀਗੇ, ਉਵੇਂ ਹੀ ਪਸ਼ੂਆਂ ਦੇ ਜਿਹੜੇ ਢਾਂਚੇ ਮਿਲੇ ਸੀ, ਸਾਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ ਸੀ। ਉਸ ਵੇਲੇ ਕਿਹੜੇ ਦੇਵੀ ਦੇਵਤੇ ਪਾਏ ਜਾਂਦੇ ਸਨ, ਉਹਨਾਂ ਦੇ ਨਾਮ ਵੀ ਆਪਾਂ ਪੜ੍ਹਾਂਗੇ। ਬਰਤਨ ਕਿਹੜੇ ਸੀ, ਔਜ਼ਾਰ ਕਿਹੜੇ ਸੀ, ਸੜਕਾਂ, ਇਸ਼ਨਾਨ ਘਰ, ਆਪਾਂ ਗ੍ਰੇਟ ਬਾਥ ਬਾਰੇ ਵੀ ਤੁਹਾਨੂੰ ਨੌਲੇਜ ਦੇਵਾਂਗੇ ਪੂਰੀ। ਹੜੱਪਾ ਦੇ ਵਿੱਚ ਕੀ ਸੀ? ਸਭ ਤੋਂ ਵਿਸ਼ਾਲ ਇਮਾਰਤ ਸੀਗੀ ਗ੍ਰੇਟ ਬਾਥ, ਯਾਨੀ ਕਿ ਮਹਾਨ ਇਸ਼ਨਾਨ ਘਰ ਦੇ ਬਾਰੇ ਵਿੱਚ। ਸੋ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਖੁਦਾਈ ਜਿਹੜੀ ਹੈ ਅਹਿਮ ਸਰੋਤ ਹੈ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਪ੍ਰਾਚੀਨ ਭਾਰਤ ਦੇ ਸਰੋਤ ਜਿਹੜੇ ਸਭ ਤੋਂ ਅਹਿਮ ਮੰਨੇ ਜਾਂਦੇ ਨੇ, ਜਾਂ ਮੁੱਢਲੇ ਸਰੋਤ ਪੁੱਛ ਲੈਣ ਤਾਂ ਉਹ ਕਿਹੜੇ ਹੁੰਦੇ ਨੇ? ਖੁਦਾਈ ਹੁੰਦੀ, ਠੀਕ ਹੈ। ਜੇਕਰ ਖੁਦਾਈ ਹੋਏਗੀ ਤਾਂ ਹੀ ਅਸੀਂ ਕਵਾਂਗੇ ਕਿ ਜਿਹੜਾ ਇਤਿਹਾਸ ਹੈ ਉਸ ਨੂੰ ਸਿਰਜਿਆ ਜਾਂਦਾ ਹੈ। ਸੋ ਆਓ ਵਿਦਿਆਰਥੀਓ, ਖੁਦਾਈ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਪੜ੍ਹਦੇ ਹਾਂ, ਅਭਿਲੇਖ। ਅਭਿਲੇਖ ਵਿਦਿਆਰਥੀਓ ਕੀ ਹੁੰਦਾ? ਐਪੀਗ੍ਰਾਫਸ ਵੀ ਇਹਨੂੰ ਬੋਲ ਦਿੰਦੇ ਨੇ। ਇਹਨਾਂ ਮਤਲਬ ਕੀ ਹੈ? ਅਭਿਲੇਖ ਹੁੰਦੇ ਨੇ ਕੁਝ ਸਰੂਪ ਜਿਹੜਾ ਲਿਖਤੀ ਮਿਲ ਜਾਣਾ, ਠੀਕ ਹੈ, ਜਾਂ ਤਸਵੀਰਾਂ ਦੇ ਰੂਪ ਵਿੱਚ ਕੰਧਾਂ ਦੇ ਉੱਪਰ ਜੜਿਆ ਹੋਇਆ ਮੂਰਤੀਆਂ ਦੇ ਰੂਪ ਵਿੱਚ ਸਾਨੂੰ ਮਿਲ ਜਾਣਾ, ਤਾਂ ਉਹ ਕੀ ਹੁੰਦੇ ਨੇ? ਸਾਡੇ ਅਭਿਲੇਖ, ਯਾਨੀ ਕਿ ਐਪੀਗ੍ਰਾਫਸ ਹੁੰਦੇ ਨੇ। ਤਾਂ ਕਹਿੰਦੇ ਕਿ ਪ੍ਰਾਚੀਨ ਭਾਰਤ ਵਿੱਚ ਰਾਜਨੀਤਿਕ ਇਤਿਹਾਸ ਦੇ ਪੁਨਰ ਨਿਰਮਾਣ ਵਿੱਚ ਅਭਿਲੇਖ ਦਾ ਕੀ ਹੈ? ਵਿਸ਼ੇਸ਼ ਮਹੱਤਵ ਹੈ। ਹੁਣ ਅਭਿਲੇਖ ਅਲੱਗ-ਅਲੱਗ ਤਰ੍ਹਾਂ ਦੇ ਮਿਲੇ ਸੀ, ਤਾਂ ਹੀ ਅਸੀਂ ਕਵਾਂਗੇ ਨਾ ਕਿ ਆਹ ਅਸ਼ੋਕ ਦੇ ਸੀਗੇ, ਆਹ ਬੁੱਧ ਧਰਮ ਦੇ ਸੀਗੇ, ਜਾਂ ਜੈਨ ਧਰਮ ਦੇ ਸੀਗੇ। ਤਾਂ ਅਭਿਲੇਖਾਂ ਤੋਂ ਜਿਹੜੀ ਹੈ ਇਤਿਹਾਸ ਦੀ ਸਾਨੂੰ ਬਹੁਤ ਜ਼ਿਆਦਾ ਨੌਲੇਜ ਮਿਲਦੀ ਹੈ। ਤੇ ਅੱਗੇ ਆ ਸਾਡੇ ਕੋਲੇ ਕਹਿੰਦੇ ਕਿ ਇਤਿਹਾਸ ਨੂੰ ਜੇਕਰ ਜਾਣਨਾ ਤਾਂ ਇਹ ਸਾਡੇ ਲਈ ਕੀ ਹੈ? ਭਰੋਸੇਯੋਗ ਹੈ। ਆਪਾਂ ਕਹਿ ਦਿੰਦੇ ਹਾਂ ਕਿ ਭਰੋਸੇਯੋਗ ਸੂਤਰਾਂ ਤੋਂ ਸਾਨੂੰ ਫਲਾਣੀ ਖਬਰ ਪਤਾ ਲੱਗੀ ਹੈ, ਤਾਂ ਉਵੇਂ ਇਹ ਭਰੋਸੇਯੋਗ ਜਿਹੜੇ ਨੇ ਸੂਤਰ ਹੁੰਦੇ ਨੇ ਅਭਿਲੇਖ। ਕਹਿੰਦੇ ਕਿ ਅਭਿਲੇਖ ਪੱਥਰਾਂ ਦੀਆਂ ਕਲਾਵਾਂ, ਕਿ ਉਸ ਸਮੇਂ ਕਿਹੜੇ ਪੱਥਰ ਜਿਹੜੇ ਨੇ ਕਿਵੇਂ ਮੜੇ ਜਾਂਦੇ ਸਨ, ਭਾਵ ਕਿ ਕਲਾ ਕੀਰਤੀਆਂ ਕਿਹੜੀਆਂ ਸਨ, ਕਿਵੇਂ ਪੱਥਰਾਂ ਦੀ ਸਿਲਾਈ ਕਰਕੇ ਅਲੱਗ-ਅਲੱਗ ਮੂਰਤੀਆਂ ਜਾਂ ਕਿਸੇ ਹੋਰ ਚੀਜ਼ ਨੂੰ ਤਿਆਰ ਕੀਤਾ ਜਾਂਦਾ ਸੀ। ਸਤੰਭ, ਤਾਮਰ ਪੱਤਰ ਹੁੰਦੇ ਨੇ। ਕੋਈ ਪੱਤਰ ਦੇ ਦੇਣੇ, ਜਿਵੇਂ ਕਿ ਮੰਨ ਲਓ ਕਿਸੇ ਨੇ ਜ਼ਮੀਨ ਵੇਚੀ, ਜਿਹਨੂੰ ਆਪਾਂ ਰਜਿਸਟਰੀ ਕਹਿ ਦਿੰਦੇ, ਉਦੋਂ ਵੀ ਤਾਮਰ ਪੱਤਰਾਂ ਦਾ ਇਸਤੇਮਾਲ ਕੀਤਾ ਜਾਂਦਾ। ਕਿਸੇ ਦੇ ਵਿਚਕਾਰ ਸੰਧੀ ਹੁੰਦੀ ਸੀ, ਉਦੋਂ ਵੀ ਤਾਮਰ ਪੱਤਰਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਜਾਂ ਜੇਕਰ ਕਿਸੇ ਨੇ ਕੋਈ ਚੀਜ਼ ਖਰੀਦਣੀ ਹੁੰਦੀ ਸੀ ਤਾਂ ਉਦੋਂ ਵੀ ਕੀ ਕੀਤਾ ਜਾਂਦਾ ਸੀ? ਤਾਮਰ ਪੱਤਰਾਂ ਦਾ। ਅਤੇ ਜੇਕਰ ਕਿਸੇ ਦੀਆਂ
ਚੰਗੀਆਂ ਯੋਜਨਾਵਾਂ ਦੇ ਬਦਲੇ ਉਸ ਨੂੰ ਸਨਮਾਨ ਦੇਣਾ ਹੁੰਦਾ ਸੀ ਤਾਂ ਉਦੋਂ ਵੀ ਕੀ ਦਿੱਤੇ ਜਾਂਦੇ ਸੀ, ਤਾਮਰ ਪੱਤਰ ਦਿੱਤੇ ਜਾਂਦੇ ਸਨ। ਮੂਰਤੀਆਂ, ਕਿ ਉਸ ਸਮੇਂ ਮੂਰਤੀਆਂ ਕਿਹਨਾਂ ਦੀਆਂ ਸਨ, ਕਿਹੜੇ ਦੇਵੀ ਦੇਵਤੇ ਸਨ, ਗੁਫਾਵਾਂ ਭਵਨ ਕਿਹੜੇ ਕਿਹੜੇ ਸਨ, ਗੁਫਾ ਕਿਹੜੀ ਕਿਹੜੀ ਸੀ, ਠੀਕ ਹੈ। ਭੀਮਬੇਟਕਾ ਗੁਫਾ ਜਿਹੜੀ ਹੈ ਸਭ ਤੋਂ ਮੋਸਟ ਇੰਪੋਰਟੈਂਟ ਹੈ। ਅੱਗੇ ਸਾਡੇ ਕੋਲੇ ਕਹਿੰਦਾ ਕਿ ਇਹ ਦੀਵਾਰਾਂ ਦੇ ਵਿੱਚੋਂ ਕੀ ਹੈ, ਖੁਦੇ ਹੋਏ ਸਨ, ਠੀਕ ਹੈ। ਦੀਵਾਰਾਂ ਦੇ ਵਿੱਚ ਕੀ ਹੈ, ਇਹੋ ਜਿਹੀ ਕਲਾਕ੍ਰਿਤੀ ਨਾਲ ਇਹਨਾਂ ਨੂੰ ਬਣਾਇਆ ਗਿਆ ਸੀ ਤੇ ਅਲੱਗ-ਅਲੱਗ ਅਭਿਲੇਖਾਂ ਵਿੱਚ ਕਈ ਭਾਸ਼ਾਵਾਂ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ। ਸੋ ਵਿਦਿਆਰਥੀਓ, ਇਹ ਸੀ ਸਾਡੀ ਅਭਿਲੇਖ ਦੇ ਬਾਰੇ ਵਿੱਚ ਚਰਚਾ। ਸੋ ਆਓ ਆਪਾਂ ਅੱਗੇ ਪੜ੍ਹਦੇ ਹਾਂ। ਅੱਗੇ ਆ ਵਿਦਿਆਰਥੀ ਸਾਥੀਓ ਸਾਡੇ ਕੋਲੇ ਸਮਾਰਕ, ਜਿਨ੍ਹਾਂ ਨੂੰ ਕਿ ਮੋਨੂਮੈਂਟਸ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਭਾਰਤ ਦੇ ਵਿੱਚ ਕਿਵੇਂ ਦੀ ਸੰਸਕ੍ਰਿਤੀ ਸੀ, ਕਿਹੜਾ ਧਰਮ ਸੀ, ਕਿਵੇਂ ਪ੍ਰਚਲਿਤ ਸੀ, ਇਸ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ। ਸਮਾਰਕ ਦਾ ਭਾਵ ਹੀ ਇਹ ਹੈ ਭਵਨ ਜਾਂ ਆਪਾਂ ਕਹਿ ਲਈਏ ਮੰਦਰ, ਠੀਕ ਹੈ। ਮੰਨਣ ਵਾਲੀ ਜਗ੍ਹਾ ਜਾਂ ਜਿਹਨੂੰ ਸਾਰੀ ਕਮਿਊਨਿਟੀ ਜਾਂ ਸਾਰਾ ਕਲਚਰ ਜਿਹੜਾ ਜਾ ਕੇ ਰਿਸਪੈਕਟ ਕਰਦਾ ਸੀ, ਤਾਂ ਉਹ ਕੀ ਹੁੰਦੇ ਨੇ, ਸਾਡੇ ਸਮਾਰਕ ਹੁੰਦੇ ਨੇ। ਇਹਨਾਂ ਤੋਂ ਸਾਨੂੰ ਅਲੱਗ-ਅਲੱਗ ਚੀਜ਼ਾਂ ਜਿਵੇਂ ਕਿ ਭਵਨ, ਮੂਰਤੀਆਂ, ਕਲਾ ਕੀਰਤੀਆਂ, ਸਰੂਪ, ਮਾਨਵ ਵਿਹਾਰ, ਬੋਤਿਆ, ਮੰਦਿਰ, ਚਿੱਤਰਕਾਰੀ, ਠੀਕ ਹੈ, ਇਹਨਾਂ ਬਾਰੇ ਸਾਨੂੰ ਕੀ ਹੈ, ਜਾਣਕਾਰੀ ਮਿਲਦੀ ਹੈ ਸਮਾਰਕਾਂ ਤੋਂ। ਸੋ ਵਿਦਿਆਰਥੀਓ, ਤੁਹਾਨੂੰ ਹੁਣ ਸਮਾਰਕਾਂ ਦੇ ਬਾਰੇ ਵਿੱਚ ਵੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ। ਵਿਦਿਆਰਥੀ ਸਾਥੀਓ, ਜੇਕਰ ਗੱਲ ਕਰ ਲਈਏ ਅਧਿਐਨ ਦੀ ਦ੍ਰਿਸ਼ਟੀ ਤੋਂ, ਭਾਵ ਕਿ ਜਦੋਂ ਸਮਾਰਕਾਂ ਨੂੰ ਲੱਭਿਆ ਗਿਆ ਜਾਂ ਖੁਦਾਈ ਕੀਤੀ ਗਈ ਸਮਾਰਕਾਂ ਦੀ, ਜਾਂ ਸਮਾਰਕ ਸਾਨੂੰ ਮਿਲੇ, ਤਾਂ ਉਹ ਅਧਿਐਨ ਦੀ ਦ੍ਰਿਸ਼ਟੀ ਤੋਂ 2 ਟਾਈਪਸ ਦੀ ਸੀ, ਯਾਨੀ ਕਿ 2 ਤਰ੍ਹਾਂ ਦੇ ਸੀ, ਦੇਸ਼ੀ ਤੇ ਵਿਦੇਸ਼ੀ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਸਮਾਰਕ ਕਿੰਨੀ ਤਰ੍ਹਾਂ ਦੇ ਨੇ, ਤਾਂ 2 ਤਰ੍ਹਾਂ ਦੇ ਨੇ। ਕਿਹੜੇ ਕਿਹੜੇ ਨੇ, ਦੇਸ਼ੀ ਤੇ ਵਿਦੇਸ਼ੀ। ਦੇਸ਼ੀ ਹੁੰਦੇ ਨੇ ਜਿਹੜੇ ਸਾਡੇ ਦੇਸ਼ ਵਿੱਚ ਲੱਭੇ ਸੀ, ਠੀਕ ਹੈ, ਜਿਹੜੇ ਕਿ ਭਾਰਤ ਦੇ ਵਿੱਚੋਂ ਲੱਭੇ ਸੀ, ਤੇ ਜਿਹੜੇ ਫੋਰਨ ਵਿੱਚੋਂ ਬਾਹਰਲੇ ਦੇਸ਼ਾਂ 'ਚੋਂ ਲੱਭੇ ਤਾਂ ਉਹ ਕੀ ਉਹਨਾਂ ਨੂੰ ਕਵਾਂਗੇ, ਵਿਦੇਸ਼ੀ ਕਵਾਂਗੇ, ਠੀਕ ਹੈ। ਕੁਛ ਜਿਹੜੇ ਸੀ ਭਾਰਤ ਵਿੱਚੋਂ, ਜਿਵੇਂ ਆਪਾਂ ਹੜੱਪਾ ਕਹਿ ਲਈਏ, ਠੀਕ ਹੈ, ਜਾਂ ਰਿਗਵੇਦ ਦੇ ਜਿਹੜੇ ਕੁਛ ਅੰਸ਼ ਸੀਗੇ ਉਹ ਵੀ ਭਾਰਤ ਦੇ ਹੀ ਸੀ। ਪਰ ਜੇਕਰ ਗੱਲ ਕਰ ਲਈਏ ਹੁਣ ਫੋਰਨ ਹਿਸਟਰੀ ਦੀ, ਤਾਂ ਉਹ ਕਿਹੜੇ ਸੀ, ਵਿਦੇਸ਼ੀ ਸਮਾਰਕ ਪਾਏ ਗਏ ਸੀ, ਵਿਦੇਸ਼ਾਂ ਦੇ ਵਿੱਚ ਪਾਏ ਗਏ ਸੀ ਉਹ। ਅੱਗੇ ਆ ਵਿਦਿਆਰਥੀ ਸਾਥੀਓ ਮੁਦਰਾਵਾਂ, ਭਾਵ ਕਿ ਕੋਇਨਸ ਜਾਂ ਸਿੱਕੇ ਕਹਿ ਲਈਏ, ਠੀਕ ਹੈ। ਕੀ ਕਹਿ ਲਈਏ, ਸਿੱਕੇ। ਕਹਿੰਦੇ ਕਿ ਜਿਹੜਾ 206 ਈਸਵੀ ਪੂਰਵ ਤੋਂ ਲੈ ਕੇ 300 ਈਸਵੀ ਤੱਕ ਦਾ ਜਿਹੜਾ ਇਤਿਹਾਸ ਆ ਉਹ ਸਾਨੂੰ ਕਿੱਥੋਂ ਮਿਲਿਆ, ਮੁਦਰਾਵਾਂ ਤੋਂ ਹੀ ਮਿਲਿਆ, ਠੀਕ ਹੈ। ਵੀ ਉਦੋਂ ਜਿਹੜੇ ਸਿੱਕੇ ਚੱਲਦੇ ਸੀ, ਉਦੋਂ ਕੀ ਹੁੰਦੇ ਸੀ, ਪੰਚਨਦ ਹੁੰਦੇ ਸੀ, ਠੀਕ ਹੈ। ਕਿਹੜੇ ਹੁੰਦੇ ਸੀ, ਪੰਚਨਦ, ਮਤਲਬ ਕਿ ਪੰਚ ਮਾਰਦੇ ਸੀ ਸਿੱਕਿਆਂ ਦੇ ਉੱਪਰ, ਤਾਂ ਸਿੱਕਿਆਂ ਉੱਪਰ ਉਵੇਂ ਦੀ ਛਪਾਈ ਹੋ ਜਾਂਦੀ ਸੀ, ਤਾਂ ਜਿਸ ਦੇ ਨਾਲ ਕਿ ਸਾਨੂੰ ਪਤਾ ਲੱਗਦਾ ਸੀ ਕਿ ਉਸ ਵੇਲੇ ਕਿਸ ਦਾ ਰਾਜ ਹੋਵੇਗਾ। ਤਾਂ ਮੁੱਖ ਜਿਹੜਾ ਮੁੱਢਲਾ ਇਹ ਸਾਨੂੰ ਕਿੱਥੋਂ ਪਤਾ ਲੱਗਿਆ ਸੀ, ਕੋਇਨਸ ਤੋਂ, ਸਿੱਕਿਆਂ ਤੋਂ ਪਤਾ ਲੱਗਿਆ ਸੀ ਕਿ ਇਸ ਸਮੇਂ ਦੇ ਵਿੱਚ ਕਿਹਨਾਂ ਨੇ ਰਾਜ ਕੀਤਾ। ਉਦੋਂ ਕਿਸੇ ਤਰੀਕਾਂ ਵੀ ਉੱਪਰ ਲਿਖੀਆਂ ਜਾਂਦੀਆਂ ਸੀ, ਜਿਵੇਂ ਹੁਣ ਆਪਾਂ ਸਿੱਕੇ ਵੇਖਦੇ ਹਾਂ, 1 ਰੁਪਏ ਦਾ, 2 ਰੁਪਏ ਦਾ, 5 ਰੁਪਏ ਦਾ, ਉੱਪਰ ਕੀ ਸਾਲ ਲਿਖਿਆ ਹੁੰਦਾ, ਠੀਕ ਹੈ, ਕਿਹੜੇ ਸਾਲ ਦੇ ਵਿੱਚ ਇਸ ਦੀ ਛਪਾਈ ਕੀਤੀ ਗਈ ਸੀ। ਤਾਂ ਉਵੇਂ ਹੀ ਉਦੋਂ ਵੀ ਮੁਦਰਾਵਾਂ ਜਿਹੜੀਆਂ ਸੀਗੀਆਂ ਉਸ ਸਾਲ ਦੇ ਵਿੱਚ ਦੱਸੀਆਂ ਜਾਂਦੀਆਂ ਸੀ ਵੀ ਇਹ ਇਸ ਸਾਲ ਦੇ ਵਿੱਚ ਇਹਨਾਂ ਦੀ ਛਪਾਈ ਕੀਤੀ ਗਈ ਹੈ। ਅੱਗੇ ਆ ਸਾਡੇ ਕੋਲੇ ਕਹਿੰਦੇ ਕਿ ਭਾਰਤ ਦੇ ਉੱਤਰ ਪੱਛਮ ਵਿੱਚ ਬੈਕਟਰੀਆ, ਠੀਕ ਹੈ, ਆ ਯਾਦ ਰੱਖ ਲਿਓ, ਬੈਕਟਰੀਆ ਦੇ ਯੂਨਾਨੀ ਰਾਜਿਆਂ ਨੇ ਜਦੋਂ ਭਾਰਤ ਦੇ ਸ਼ਾਸਨ ਕਰਨਾ ਸ਼ੁਰੂ ਕੀਤਾ ਭਾਰਤ ਦੇ ਉੱਪਰ, ਤਾਂ ਉਹਨਾਂ ਦੇ ਸੰਪਰਕ ਵਿੱਚ ਆ ਕੇ ਭਾਰਤੀ ਰਾਜਿਆਂ ਨੇ ਵੀ ਕੀ ਕੀਤਾ, ਮੁਦਰਾਵਾਂ ਤੇ ਆਪਣੇ ਚਿੱਤਰ ਅਤੇ ਮਿਤੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਭਾਰਤੀ ਰਾਜਿਆਂ ਨੇ ਕਿਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੀਆਂ ਮੁਦਰਾਵਾਂ ਦੇ ਉੱਪਰ ਚਿੱਤਰ ਤੇ ਮਿਤੀਆਂ ਜਿਹੜੀਆਂ ਸੀ ਸ਼ੁਰੂ ਕੀਤੀਆਂ ਸੀ, ਤਾਂ ਯੂਨਾਨ ਦਾ ਰਾਜਾ ਸੀ ਬੈਕਟੀਰੀਆ, ਠੀਕ ਹੈ, ਬੈਕਟਰੀਆ ਯੂਨਾਨ ਦੇ ਰਾਜੇ ਸੀ। ਜੇਕਰ ਰਾਜੇ ਦਾ ਨਾਮ ਪੁੱਛ ਲੈਣ ਤਾਂ ਬੈਕਟਰੀਆ, ਜੇਕਰ ਦੇਸ਼ ਦਾ ਨਾਮ ਪੁੱਛ ਲੈਣ ਤਾਂ ਕਿਹੜਾ ਸੀ, ਯੂਨਾਨ। ਵਿਦਿਆਰਥੀ ਸਾਥੀਓ, ਸਾਡਾ ਕੁੱਬਾ ਲਰਨੋਲੋਜੀ ਚੈਨਲ ਤੁਹਾਨੂੰ ਇੱਕ ਇੱਕ ਚੀਜ਼ ਡੈਪਥ ਦੇ ਨਾਲ ਪੜ੍ਹਾਉਂਦਾ ਤਾਂ ਕਿ ਤੁਸੀਂ ਪੇਪਰ ਦੇ ਵਿੱਚ ਚੰਗੇ ਤੋਂ ਚੰਗੇ ਨੰਬਰ ਪ੍ਰਾਪਤ ਕਰ ਸਕੋ। ਸੋ ਜੇਕਰ ਚੰਗੀ ਲੱਗੇ ਵੀਡੀਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣਾ, ਕਿਉਂਕਿ ਇਹ ਤੁਹਾਨੂੰ ਇੱਕ ਇੱਕ ਵੀਡੀਓ ਜੇਕਰ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਉੱਥੇ ਤੁਹਾਨੂੰ ਤੁਹਾਡੇ ਨੋਟੀਫਿਕੇਸ਼ਨ ਦੇ ਵਿੱਚ ਮਿਲਦੀ ਰਹੇਗੀ, ਠੀਕ ਹੈ। ਸੋ ਆਓ ਆਪਾਂ ਮੁਦਰਾਵਾਂ ਦੇ ਬਾਰੇ ਹੋਰ ਜਾਣੀਏ। ਵਿਦਿਆਰਥੀ ਸਾਥੀਓ, ਹੁਣ ਜਿਵੇਂ ਦੀਆਂ ਮੁਦਰਾਵਾਂ ਮਿਲਣਗੀਆਂ ਆਪਾਂ ਕਹਾਂਗੇ ਨਾ ਕਿ ਸਥਿਤੀ ਵੀ ਉਵੇਂ ਦੀ ਹੋਵੇਗੀ, ਜਿਹੜੀ ਸਥਿਤੀ ਆ ਉਸ ਸਮੇਂ ਦੀ ਹਾਲਾਤ ਵੀ ਉਹੋ ਜਿਹੇ ਹੋਣਗੇ। ਤਾਂ ਉਵੇਂ ਹੀ ਆ ਸਾਡੇ ਕੋਲੇ ਕਹਿੰਦੇ ਕਿ ਮੁਦਰਾਵਾਂ ਯਾਨੀ ਕਿ ਸੋਨੇ ਜਾਂ ਤਾਂਬੇ ਦੇ ਜਿਹੜੇ ਸਾਨੂੰ ਸਿੱਕੇ ਮਿਲੇ, ਤਾਂ ਉਹਨਾਂ ਤੋਂ ਇਹ ਅੰਦਾਜ਼ਾ ਲਗਾਉਣਾ ਆਸਾਨ ਹੋ ਗਿਆ ਕਿ ਉਸ ਸਮੇਂ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਕਿਵੇਂ ਦੀ ਹੋਵੇਗੀ, ਠੀਕ ਹੈ। ਤਾਂ ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਕਿਸ ਚੀਜ਼ ਤੋਂ ਆਰਥਿਕ ਸਥਿਤੀ ਦੇ ਬਾਰੇ ਵਿੱਚ ਪੁਰਾਤਨ ਕਾਲ ਦੇ ਵਿੱਚ ਪਤਾ ਲੱਗਦਾ ਸੀ ਜਾਂ ਪ੍ਰਾਚੀਨ ਭਾਰਤ ਦੇ ਵਿੱਚ, ਤਾਂ ਆਪਾਂ ਕਹਾਂਗੇ ਕੋਇਨਸ, ਸਿੱਕੇ ਜਾਂ ਮੁਦਰਾਵਾਂ ਤੋਂ। ਅੱਗੇ ਆ ਰੁੱਧਘੋਸ਼, ਅਸ਼ਵਮਿੱਤਰ, ਯੋਗਸੈਨ ਈਸਵੀ ਪੂਰਵ ਦੇ 3 ਪੰਚਾਲ ਰਾਜਿਆਂ ਦੀਆਂ
ਤਾਂਬੇ ਦੀਆਂ ਮੁਦਰਾਵਾਂ ਜਿਹੜੀਆਂ ਨੇ ਪ੍ਰਾਪਤ ਹੋਈਆਂ ਸੀ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਹੈ, ਰਾਜਿਆਂ ਦੇ ਨਾਮ ਪੁੱਛ ਸਕਦੇ ਨੇ। ਤੁਹਾਡੇ ਸਾਹਮਣੇ ਡਿਸਪਲੇ ਤੇ ਮੌਜੂਦ ਹੈ ਰੁਦਘੋਸ਼, ਅਸ਼ਵਮਿੱਤਰ ਤੇ ਯੋਗਸੈਨ। ਠੀਕ ਹੈ, ਇਹ ਕਿੱਥੋਂ ਦੇ ਰਾਜੇ ਸੀ? ਇਹ ਪੰਚਾਲ ਰਾਜੇ ਸੀਗੇ। ਠੀਕ ਹੈ, ਪੰਚਾਲ। ਤਾਂ ਇਹਨਾਂ ਦੇ ਸਮੇਂ ਸਾਨੂੰ ਕਿਹੜੇ ਸਿੱਕੇ ਪ੍ਰਾਪਤ ਹੋਏ ਸੀ? ਤਾਂਬੇ ਦੇ। ਠੀਕ ਹੈ, ਯਾਨੀ ਕਿ ਕੋਪਰ ਦੇ ਸਿੱਕੇ ਜਿਹੜੇ ਆ ਸਾਨੂੰ ਪ੍ਰਾਪਤ ਹੋਏ ਸਨ। ਅੱਗੇ ਆ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲ੍ਹੇ ਵਿੱਚ 110 ਤਾਂਬੇ ਦੀਆਂ ਮੁਦਰਾਵਾਂ ਅਤੇ ਆਂਧਰਾ ਪ੍ਰਦੇਸ਼ ਦੇ ਗੁੰਟਰ ਜ਼ਿਲ੍ਹੇ ਵਿੱਚ ਨਾਗਾਰਜੁਨ ਕੋਡ ਦੇ ਇੱਕ ਸ਼ਵਾਕੂ ਰਾਜਿਆਂ ਦੀਆਂ 277 ਮੁਦਰਾਵਾਂ ਮਿਲੀਆਂ ਸੀ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਉੱਤਰ ਪ੍ਰਦੇਸ਼ ਚੋਂ ਕਿੰਨੀਆਂ ਤਾਂਬੇ ਦੀਆਂ ਮੁਦਰਾਵਾਂ ਮਿਲੀਆਂ? 110। ਆਂਧਰਾ ਪ੍ਰਦੇਸ਼ ਪੁੱਛ ਲੈਣਾ ਤਾਂ ਕਿੰਨੀਆਂ ਮਿਲੀਆਂ ਸੀ? 277। ਜੇਕਰ ਜ਼ਿਲ੍ਹਾ ਪੁੱਛ ਲੈਣ ਆਂਧਰਾ ਪ੍ਰਦੇਸ਼ ਦਾ ਤਾਂ ਕਿਹੜਾ ਸੀਗਾ? ਗੁੰਟਰ। ਤੇ ਜੇਕਰ ਉੱਤਰ ਪ੍ਰਦੇਸ਼ ਯੂਪੀ ਦਾ ਪੁੱਛ ਲੈਣ ਤਾਂ ਕਿਹੜਾ ਸੀ ਜ਼ਿਲ੍ਹਾ? ਆਜਮਗੜ੍ਹ। ਇਹ ਇੱਕ ਇੱਕ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜਿਹੜੇ ਸਿੱਕੇ ਸਾਨੂੰ ਕਿੱਥੋਂ ਕਿੱਥੋਂ ਪ੍ਰਾਪਤ ਹੋਏ ਸੀ। ਅੱਗੇ ਆ ਵਿਦਿਆਰਥੀ ਸਾਥੀਓ ਸਾਡੇ ਕੋਲੇ ਕਹਿੰਦੇ ਕਿ ਇਹਨਾਂ ਮੁਦਰਾਵਾਂ ਵਿੱਚ ਵਾਸ਼ਿਨ ਪੁੱਤਰ ਚਾਂਤਮੂਲ ਦੀ ਇੱਕ ਅਜਿਹੀ ਮੁਦਰਾ ਪ੍ਰਾਪਤ ਹੋਈ ਸੀ ਜਿਸ ਵਿੱਚ ਇੱਕ ਘੋੜੇ ਨੂੰ ਯੂਪ, ਹੁਣ ਯੂਪ ਕੀ ਹੁੰਦਾ? ਕਹਿੰਦੇ ਕਿ ਉਹ ਛਤਰ ਜਾਂ ਖੰਭਾ ਜੋ ਕਿਸੇ ਦੇ ਬਲੀਦਾਨ ਦੀ ਸਮ੍ਰਿਤੀ ਦੇ ਰੂਪ ਵਿੱਚ ਬਣਾਇਆ ਗਿਆ ਹੈ। ਠੀਕ ਹੈ, ਹੁਣ ਉਸ ਘੋੜਾ ਜਿਹੜਾ ਸੀ ਉਹ ਛਪਿਆ ਹੋਇਆ ਸੀ ਮੁਦਰਾ ਦੇ ਉੱਪਰ ਦੇ ਰੂਪ ਵਿੱਚ ਕੀ ਸੀ? ਖੜਾ ਹੋਇਆ ਸੀ। ਠੀਕ ਹੈ, ਤਾਂ ਇਹ ਪੁੱਛ ਸਕਦੇ ਆ ਕਿ ਕਿਸ ਦੀ ਜਿਹੜੀ ਮੁਦਰਾ ਸੀ ਉਹ ਪ੍ਰਾਪਤ ਹੋਈ ਸੀ? ਤਾਂ ਆ ਨਾਮ ਪਿਆ ਤੁਹਾਡੇ ਕੋਲੇ ਵਾਸੀਸ਼ਿਨ ਪੁੱਤਰ ਚਾਂਤਮੂਲ। ਠੀਕ ਹੈ, ਮੁਦਰਾ ਪ੍ਰਾਪਤ ਹੋਈ ਸੀ ਜਿਹਦੇ ਉੱਤੇ ਘੋੜੇ ਨੂੰ ਯੂਪ ਦੇ ਰੂਪ ਵਿੱਚ ਖੜਾ ਕੀਤਾ ਹੋਇਆ ਸੀ। ਠੀਕ ਹੈ, ਹੁਣ ਯੂਪ ਦਾ ਰੂਪ ਕਿਹੜਾ ਸੀ? ਕਹਿੰਦੇ ਕਿ ਉਹ ਸਤਰ ਜਾਂ ਖੰਭਾ ਜੋ ਕਿਸੇ ਦੇ ਬਲੀਦਾਨ ਦੀ ਸਮ੍ਰਿਤੀ ਦੇ ਰੂਪ ਵਿੱਚ ਬਣਾਇਆ ਗਿਆ, ਭਾਵ ਕਿ ਜਦੋਂ ਬਲੀਦਾਨ ਦਿੱਤਾ ਜਾਂਦਾ ਸੀ ਤਾਂ ਉਹ ਘੋੜੇ ਦਾ ਜਿਹੜਾ ਸੀ ਯੂਪ ਨੂੰ ਖੜਾ ਕੀਤਾ ਗਿਆ ਸੀ। ਠੀਕ ਹੈ, ਸੋ ਇਹ ਸੀ ਸਾਡੀ ਵਿਦਿਆਰਥੀ ਸਾਥੀਓ ਸਿੱਕਿਆਂ ਦੇ ਬਾਰੇ ਵਿੱਚ ਅਹਿਮ ਭੂਮਿਕਾ। ਤੇ ਪੰਚਨਦ ਯਾਦ ਰੱਖ ਲੈਣਾ ਕਿ ਪੁਰਾਤਨ ਸਮੇਂ ਦੇ ਵਿੱਚ ਮਸ਼ੀਨਾਂ ਜਿਹੜੀਆਂ ਸੀ ਉਹ ਨਹੀਂ ਹੁੰਦੀਆਂ ਸੀ, ਮਸ਼ੀਨੀ ਸਿੱਕੇ ਨਹੀਂ ਸੀ ਆਉਂਦੇ, ਤਾਂ ਪੰਚ ਮਾਰ ਵਾਲੇ ਹੁੰਦੇ ਸੀ। ਠੀਕ ਹੈ, ਪੰਚ ਮਾਰੇ ਜਾਂਦੇ ਸੀ ਸਿੱਕੇ ਦੇ ਉੱਪਰ ਤਾਂ ਉਵੇਂ ਛਪਾਈ ਹੋ ਜਾਂਦੀ ਸੀ। ਠੀਕ ਹੈ, ਨਿਸ਼ਾਨ ਲੱਗ ਜਾਂਦੇ ਸਨ। ਸੋ ਆਓ ਆਪਾਂ ਅੱਗੇ ਪੜ੍ਹਦੇ ਹਾਂ। ਅੱਗੇ ਆ ਵਿਦਿਆਰਥੀ ਸਾਥੀਓ ਸਾਡੇ ਕੋਲੇ ਸਾਹਿਤਿਕ ਸਰੋਤ। ਠੀਕ ਹੈ, ਲਿਟਰੇਰੀ ਯਾਨੀ ਕਿ ਲਿਖਤੀ ਰੂਪ। ਜਿਵੇਂ ਆਪਾਂ ਕਹਿ ਦਈਏ ਰਮਾਇਣ, ਰਿਗਵੇਦ ਕਾਲ ਵਿੱਚ ਜਿਹੜੇ ਆਪਾਂ ਨੂੰ ਵੇਦ ਵੈਦਿਕ ਕਾਲ ਦੇ ਵਿੱਚ ਮਿਲੇ ਸੀ, ਰਿਗਵੇਦ, ਸਾਮਵੇਦ, ਅਥਰਵੇਦ, ਯਜੁਰਵੇਦ, ਇਹਨਾਂ ਬਾਰੇ ਵਿੱਚ। ਤਾਂ ਇਹ ਹੁਣ ਜੇਕਰ ਗੱਲ ਕਰੀਏ ਧਾਰਮਿਕ ਵੀ ਸੀ ਤੇ ਲੌਕਿਕ ਵੀ ਸੀ। ਕਿਹੜੇ ਕਿਹੜੇ ਸੀ, ਕਿਵੇਂ ਕਿਵੇਂ ਸੀ? ਸੋ ਆਓ ਆਪਾਂ ਸਾਹਿਤਿਕ ਸਰੋਤਾਂ ਦੇ ਬਾਰੇ ਵਿੱਚ ਜਾਣਦੇ ਹਾਂ। ਵਿਦਿਆਰਥੀ ਸਾਥੀਓ ਸਾਡੇ ਕੋਲੇ ਹੈ ਵੈਦਿਕ ਸਾਹਿਤ। ਠੀਕ ਹੈ, ਵੈਦਿਕ ਕਾਲ ਦੀ ਗੱਲ ਕਰ ਲਈਏ ਤਾਂ ਵੇਦ ਕਿੰਨੇ ਸੀ? ਟੋਟਲ 4 ਸੀਗੇ। ਪਹਿਲੇ ਨੰਬਰ ਤੇ ਰਿਗਵੇਦ, ਫਿਰ ਕਿਹੜਾ? ਸਾਮਵੇਦ, ਯਜੁਰਵੇਦ ਤੇ ਅਥਰਵੇਦ। ਤੇ ਇਹਨਾਂ ਤੋਂ ਇਲਾਵਾ ਹੋਰ ਕੀ ਸੀ ਸਾਡੇ ਕੋਲੇ? ਆਰਣਯਕ, ਉਪਨਿਸ਼ਦ ਤੇ ਵਿਦਾਂਗ। ਆਪਾਂ ਹੁਣ ਇਸ ਚੀਜ਼ ਨੂੰ ਖੁੱਲ੍ਹ ਕੇ ਇੱਥੇ ਹੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਰਿਗਵੇਦ ਦੀ, ਇਹ ਸਭ ਤੋਂ ਪਹਿਲਾ ਤੇ ਪੁਰਾਣਾ ਤੇ ਇਹ ਮਹਾਨ ਹੈ। ਇਸ ਨੂੰ ਹੋਰ ਕੀ ਕਿਹਾ ਜਾਂਦਾ? ਮਹਾਨ। ਜੇਕਰ ਗੱਲ ਕਰਾਂ ਤਾਂ ਇਹਦਾ ਸਮਾਂ ਕਦੋਂ ਤੋਂ ਲੈ ਕੇ ਕਦੋਂ ਤੱਕ ਮਿਥਿਆ ਗਿਆ ਸੀ ਤਾਂ ਉਹ ਸੀਗਾ 1500 ਈਸਾ ਪੂਰਵ ਤੋਂ ਲੈ ਕੇ 1000 ਈਸਾ ਪੂਰਵ ਤੱਕ। ਵਿਦਿਆਰਥੀ ਸਾਥੀਓ ਕਾਪੀ ਦੇ ਉੱਪਰ ਨਾ ਨੋਟ ਕਰ ਲਿਓ ਜੋ ਜੋ ਵੀ ਮੈਂ ਕਰਵਾਊਂਗਾ। ਠੀਕ ਹੈ, ਇੱਥੇ ਹੀ ਮੈਂ ਬੋਲ ਦੇਣਾ ਸਾਰਾ ਕੁਝ। ਤਾਂ ਇਹਦੇ ਵਿੱਚ ਜੇਕਰ ਗੱਲ ਕਰੀਏ ਯੁਕਤ ਕਿੰਨੇ ਸੀਗੇ? ਠੀਕ ਹੈ, 1028। ਠੀਕ ਹੈ, ਤੇ ਮਾਨਤਾ ਕਿੰਨਿਆਂ ਨੂੰ ਮਿਲੀ ਸੀਗੀ? ਮੇਨ ਕਹਿ ਲਈਏ ਤਾਂ 1017 ਨੂੰ। ਇਹਦੇ ਵਿੱਚ ਮੰਡਲਾਂ ਦੀ ਗੱਲ ਕਰੀਏ ਤਾਂ ਮੇਨ ਜਿਹੜੇ ਮੰਡਲ ਸੀ ਇੰਪੋਰਟੈਂਟ ਉਹ ਕਰਾਊਂਗਾ। ਦੂਜੇ ਮੰਡਲ ਦੇ ਵਿੱਚ ਨਾ ਇੰਦਰ ਦੀ ਮਹਿਮਾ ਕੀਤੀ ਸੀ। ਆਪਾਂ ਇੰਦਰ ਦੇਵਤਾ ਕਹਿ ਦਿੰਦੇ ਨੇ, ਇੰਦਰ ਦੇਵਤਾ, ਇੰਦਰ ਦੀ ਮਹਿਮਾ ਦੂਜੇ ਮੰਡਲ 'ਚ। ਇੰਪੋਰਟੈਂਟ ਫੈਕਟ ਹੀ ਕਰਵਾਊਂਗਾ ਮੈਂ ਤੁਹਾਨੂੰ। ਤੀਜੇ ਮੰਡਲ ਦੇ ਵਿੱਚ ਵਿਸ਼ਨੂੰ ਦੀ, ਠੀਕ ਹੈ, ਪਲੱਸ ਵਿਸ਼ਨੂੰ ਤੇ ਅੱਗ ਦੀ ਗੱਲ ਕੀਤੀ ਸੀ ਤੀਜੇ ਮੰਡਲ ਦੇ ਵਿੱਚ। ਠੀਕ ਹੈ, 7ਵੇਂ ਮੰਡਲ ਦੇ ਵਿੱਚ ਤਾਂ ਕਿਹਦੀ ਗੱਲ ਕੀਤੀ ਗਈ ਸੀ? ਪੂਸ਼ਣ ਦੀ ਮਹਿਮਾ ਦੀ ਕੀਤੀ ਗਈ ਸੀ, ਮਹਿਮਾ ਦੀ। ਠੀਕ ਹੈ, ਅੱਗੇ ਆ ਸਾਡੇ ਕੋਲੇ ਜੇਕਰ ਮੈਂ ਗੱਲ ਕਰਾਂ ਇਹਨਾਂ ਦਾ ਜਿਹੜਾ ਪਾਠ ਕਰਦੇ ਸੀ, ਆਪਾਂ ਪੰਡਤ ਕਹਿ ਦਿੰਦੇ ਆ ਨਾ, ਪੰਡਤ, ਪੁਰੋਹਿਤ ਵੀ ਬੋਲ ਦਿੰਦੇ ਆ, ਪੁਰੋਹਿਤ ਕਹਿ ਦਿੰਦੇ ਆ। ਹੁਣ ਇਹਨਾਂ ਦਾ ਪਾਠ ਕਰਨ ਵਾਲੇ ਬੰਦੇ ਨੂੰ ਕਹਿੰਦੇ ਸੀ ਹੋਤਾ। ਕੀ ਕਹਿੰਦੇ ਸੀ? ਹੋਤਾ। ਇਹ ਤੁਸੀਂ ਪ੍ਰਸ਼ਨ ਕਦੇ ਵੀ ਨਹੀਂ ਕੀਤੇ ਹੋਣੇ ਜੋ ਮੈਂ ਤੁਹਾਨੂੰ ਕਰਵਾ ਰਿਹਾ। ਅੱਗੇ ਮੈਂ ਤੁਹਾਨੂੰ ਦੱਸਾਂ ਰਿਗਵੇਦ ਦੇ ਵਿੱਚ ਕਿਤੇ ਵੀ ਬ੍ਰਹਮਾ ਦਾ ਜ਼ਿਕਰ ਨਹੀਂ ਹੈਗਾ।
ਕਿਤੇ ਵੀ ਬ੍ਰਹਮਾ ਦਾ ਜ਼ਿਕਰ ਨਹੀਂ ਹੈਗਾ। ਜਿਹੜਾ ਤੁਸੀਂ ਲਕਸ਼ਮੀ ਸ਼ਬਦ ਪੜ੍ਹਦੇ ਹੋ, ਸਭ ਤੋਂ ਪਹਿਲੀ ਵਾਰ ਰਿਗਵੇਦ ਦੇ ਵਿੱਚ ਇਸ ਦੀ ਵਰਤੋਂ ਕੀਤੀ ਗਈ ਸੀ। ਆਪਾਂ ਲਕਸ਼ਮੀ ਧਨ ਦੀ ਦੇਵੀ ਵੀ ਕਹਿ ਦਿੰਦੇ ਆ, ਜਾਂ ਧਨ ਨੂੰ ਹੀ ਲਕਸ਼ਮੀ ਕਹਿ ਦਿੰਦੇ ਆ, ਜਾਂ ਦੇਵੀ ਮਾਤਾ ਉਹਨਾਂ ਨੂੰ ਲਕਸ਼ਮੀ ਮਾਤਾ ਵੀ ਕਹਿ ਦਿੰਦੇ ਆ। ਠੀਕ ਹੈ, ਇਹਦੇ ਵਿੱਚ ਸਭ ਤੋਂ ਪਹਿਲੀ ਵਾਰੀ ਲਕਸ਼ਮੀ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਸੀ। ਅੱਗੇ ਆ ਸਾਡੇ ਕੋਲੇ ਲੋਕ ਕੀ ਕਰਦੇ ਸੀ, ਭੋਜਨ ਜਾਂ ਸਿਹਤ ਚੰਗੀ ਪ੍ਰਾਪਤ ਕਰਨ ਦੇ ਵਾਸਤੇ, ਜਾਂ ਜਾਨਵਰ ਪ੍ਰਾਪਤ ਕਰਨ ਲਈ, ਜਾਂ ਬੱਚਿਆਂ ਨੂੰ ਪ੍ਰਾਪਤ ਕਰਨ ਲਈ ਤਾਂ ਦੇਵਤਿਆਂ ਦੀ ਪੂਜਾ ਕਰਦੇ ਸੀ। ਠੀਕ ਹੈ, ਕਿਹਨਾਂ ਦੀ ਪੂਜਾ ਕਰਦੇ ਸੀ? ਦੇਵਤਿਆਂ ਦੀ ਪੂਜਾ ਕਰਦੇ ਸੀ। ਹੋਰ ਗੇਮ ਕਿਹੜੀ ਖੇਡਦੇ ਸੀ? ਤਾਂ ਜੂਆ ਖੇਡਦੇ ਸੀ। ਠੀਕ ਹੈ, ਸੋ ਵਿਦਿਆਰਥੀਓ ਇਹ ਸੀ ਰਿਗਵੇਦ ਦੇ ਬਾਰੇ ਵਿੱਚ ਸਾਡੀ ਚਰਚਾ। ਸੋ ਆਓ ਆਪਾਂ ਹੁਣ ਸਾਮਵੇਦ ਦੇ ਬਾਰੇ ਵਿੱਚ ਪੜ੍ਹੀਏ। ਯਾਦ ਰੱਖ ਲੈਣਾ ਸੱਸੇ ਤੋਂ, ਸਾਮਵੇਦ ਸੰਗੀਤ ਭਾਵ ਕਿ ਗਾਣੇ, ਸੌਂਗ, ਮਿਊਜ਼ਿਕ, ਇਹਦੇ ਬਾਰੇ ਵਿੱਚ ਸਭ ਤੋਂ ਜ਼ਿਆਦਾ ਸੰਗੀਤ ਦੀ ਚਰਚਾ ਕੀਤੀ ਗਈ ਹੈ। ਤਾਂ ਇਹਦੇ ਜਿਹੜੇ ਸੁਕਤਾਂ ਦੀ ਗੱਲ ਕਰਾਂ ਤਾਂ 75 ਸੁਕਤਾਂ ਨੂੰ ਛੱਡ ਕੇ ਬਾਕੀ ਸਾਰੇ ਇਹਨਾਂ ਨੇ ਇਹਦੇ 'ਚੋਂ ਲਏ ਸੀ ਰਿਗਵੇਦ ਦੇ ਵਿੱਚੋਂ। 75 ਜਿਹੜੇ ਸੀ ਉਹ ਇਹਦੇ ਆਪਦੇ ਸੀਗੇ। ਠੀਕ ਹੈ, ਇਹ ਕੀ ਹੈ, ਪੇਪਰ ਵਿੱਚ ਮੋਸਟ ਇੰਪੋਰਟੈਂਟ ਜੋ ਪ੍ਰਸ਼ਨ ਆਉਂਦਾ, ਸਭ ਤੋਂ ਪੁਰਾਣੀ ਸੰਗੀਤ ਦੀ ਕਿਤਾਬ ਕਿਹੜੀ ਹੈ? ਤਾਂ ਉਹ ਸਾਮਵੇਦ ਆ। ਸਭ ਤੋਂ ਪੁਰਾਣੀ ਸੰਗੀਤ ਦੀ ਕਿਤਾਬ ਉਹ ਕਿਹੜੀ ਆ? ਸਾਮਵੇਦ। ਹੋਰ ਤਾਂ ਹੋਰ ਭਾਰਤੀ ਸੰਗੀਤ ਦਾ ਪਿਤਾਮਾ ਵੀ ਇਸ ਬੁੱਕ ਨੂੰ ਕਿਹਾ ਜਾਂਦਾ, ਭਾਰਤੀ ਸੰਗੀਤ ਦਾ ਪਿਤਾਮਾ। ਠੀਕ ਹੈ, ਭਾਰਤੀ ਸੰਗੀਤ ਦਾ ਕੀ ਸੀ? ਪਿਓ ਸੀ, ਫਾਦਰ ਸੀ। ਠੀਕ ਹੈ, ਫਾਦਰ ਆਫ ਇੰਡੀਅਨ ਮਿਊਜ਼ਿਕ। ਠੀਕ ਹੈ, ਇਹ ਕਿਹਨੂੰ ਕਿਹਾ ਜਾਂਦਾ? ਸਾਮਵੇਦ ਨੂੰ ਕਿਹਾ ਜਾਂਦਾ। ਸਾਮਵੇਦ ਦੇ ਵਿੱਚ ਨਾ ਜੈਮਨੀ ਨੂੰ ਵੈਦ ਵਿਆਸ ਦਾ ਕੀ ਚੇਲਾ ਕਿਹਾ ਗਿਆ ਸੀ? ਜੈਮਿਨੀ ਨੂੰ, ਰਿਸ਼ੀ ਸੀ ਨਾ ਵੇਦ ਵਿਆਸ, ਉਹਦਾ ਚੇਲਾ ਜਿਹੜਾ ਜੈਮਨੀ ਨੂੰ ਕਿਹਾ ਗਿਆ ਸੀ ਇਹਦੇ ਵਿੱਚ। ਠੀਕ ਹੈ, ਇਹਦੇ ਵਿੱਚ ਮੰਤਰ ਜਿਹੜੇ ਸੀ ਉਹ ਸੂਰਜ ਦੀ ਉਪਾਸਨਾ ਦੇ ਸੀ। ਸੱਸੇ ਤੋਂ ਯਾਦ ਰੱਖ ਲਿਓ, ਸੰਗੀਤ ਤੇ ਸੂਰਜ, ਜਿਹੜੇ ਮੰਤਰ ਸੀ ਉਹ ਕੀ ਸੀਗੇ? ਸੂਰਜ ਦੀ ਉਪਾਸਨਾ ਦੇ। ਮਤਲਬ ਇਹਦੇ 'ਚ ਸੂਰਜ ਦੀ ਜਿਹੜੀ ਪੂਜਾ ਸਭ ਤੋਂ ਵੱਧ ਕੀਤੀ ਜਾਂਦੀ ਸੀ। ਕਲੀਅਰ ਹੋ ਗਿਆ ਵਿਦਿਆਰਥੀ ਸਾਥੀਓ? ਤਾਂ ਇਹਦੇ ਵਿੱਚ ਹੀ ਚਰਚਾ ਕੀਤੀ ਗਈ ਸੀ ਸਰਸਵਤੀ ਦੇ ਅਲੋਪ ਹੋਣ ਦੀ। ਸਰਸਵਤੀ ਪ੍ਰਗਟ ਵੀ ਇਹਦੇ 'ਚ ਹੀ ਕੀਤੀ ਗਈ ਗੱਲ, ਤੇ ਅਲੋਪ ਵੀ ਜਿਹੜੀ ਆ ਸਾਮਵੇਦ ਦੇ ਵਿੱਚ ਹੀ ਹੋਈ। ਸੱਸੇ ਤੋਂ ਯਾਦ ਰੱਖ ਲਿਓ, ਇਹਦਾ ਸੰਬੰਧ ਸੰਗੀਤ ਨਾਲ ਹੈ, ਸੂਰਜ ਨਾਲ ਹੈ, ਤੇ ਨਾਲ ਹੀ ਕਿਹਦੇ ਨਾਲ ਸੀਗਾ? ਇਹਦਾ ਸੰਬੰਧ ਸਰਸਵਤੀ ਦੇ ਨਾਲ। ਤੇ ਜੈਮਨੀ ਜਿਹੜਾ ਸੀ ਵੇਦ ਵਿਆਸ ਦਾ ਚੇਲਾ ਸੀ, ਉਹ ਵੀ ਗੱਲ ਇਹਦੇ ਵਿੱਚ ਕੀਤੀ ਗਈ ਹੈ। ਸੋ ਵਿਦਿਆਰਥੀਓ ਮੈਨੂੰ ਉਮੀਦ ਆ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਯਜੁਰਵੇਦ ਦੀ। ਯਜੁਰ ਦਾ ਮਤਲਬ ਹੁੰਦਾ ਯੁੱਗ ਜਾਂ ਹਵਨ। ਯਜੁਰ ਯੁੱਗ ਬੋਲ ਦਿੰਦੇ ਜਾਂ ਹਵਨ ਬੋਲ ਦਿੰਦੇ। ਠੀਕ ਹੈ, ਜਾਂ ਜੱਗ ਬੋਲ ਦਿੰਦੇ ਆਪਾਂ, ਜਿਹਨੂੰ ਕਹਿੰਦੇ ਯੱਗ ਕਰਾਉਣਾ। ਹੁਣ ਇਹਦੇ ਵਿੱਚ ਜੀਰੋ ਦਾ ਜ਼ਿਕਰ ਕੀਤਾ ਗਿਆ। ਜੇ ਤੁਸੀਂ ਯਾਦ ਰੱਖ ਲਿਓ, ਜੀਰੋ ਦਾ ਜ਼ਿਕਰ। ਠੀਕ ਹੈ, ਜਿਵੇਂ ਰਿਗਵੇਦ ਦੇ ਵਿੱਚ ਪਹਿਲੀ ਵਾਰੀ ਲਕਸ਼ਮੀ ਦਾ ਜ਼ਿਕਰ ਕੀਤਾ ਗਿਆ, ਯਜੁਰ ਦੇ ਵਿੱਚ ਕਿਹਦਾ ਵਰਤੋਂ ਕੀਤੀ ਗਈ ਸੀ? ਜੀਰੋ ਦੀ। ਤਾਂ ਇਹਦੇ ਵਿੱਚ ਕੀ ਸੀ? ਕਵਿਤਾ ਤੇ ਵਾਰਤਕ ਭਾਗ ਦੋਵੇਂ ਹੈਗੇ ਸੀ। ਵਾਰਤਕ ਭਾਗ ਸੀ, ਕਵਿਤਾ ਸੀ। ਹੁਣ ਇਹ ਕਿਹੜਾ ਪ੍ਰਧਾਨ ਸੀ ਇਹਦੇ ਵਿੱਚ? ਇਹਦੇ 'ਚ ਸੀ ਕਰਮਕਾਂਡੀ ਪ੍ਰਧਾਨ। ਆਪਾਂ ਕਹਿੰਦੇ ਨਹੀਂ ਕਿਸਮਤ ਦੀਆਂ ਗੱਲਾਂ, ਉਹ ਕਰਮਕਾਂਡੀ ਪ੍ਰਧਾਨ ਸੀ। ਠੀਕ ਹੈ, ਤਾਂ ਹੋਰ ਇਹ ਕੀ ਸੀਗਾ? ਇਹ ਸੀਗਾ ਹਵਨ ਨਾਲ ਸੰਬੰਧਿਤ ਸੁਕਤਾਂ ਦਾ ਗ੍ਰਹਿ ਸੀ। ਹਵਨ ਨਾਲ ਸੰਬੰਧਿਤ ਸੀ, ਸੁਕਤਾਂ ਦਾ ਗ੍ਰਹਿ ਸੀ, ਮਤਲਬ ਇਕੱਠ ਕੀਤਾ ਗਿਆ ਸੀ। ਠੀਕ ਹੈ, ਹੁਣ ਇਹਦੇ ਭਾਗ ਕਿੰਨੇ ਸੀ? ਇਹਦੇ ਦੋ ਸੀ। ਇੱਕ ਤਾਂ ਸੀਗਾ ਸ਼ੁਕਲਾ ਯਜੁਰਵੇਦ, ਦੂਜਾ ਕਿਹੜਾ ਸੀ? ਕ੍ਰਿਸ਼ਨ ਯਜੁਰਵੇਦ। ਠੀਕ ਹੈ, ਤਾਂ ਕਹਿੰਦੇ ਕਿ ਜੇਕਰ ਆਪਾਂ ਇਹਨਾਂ ਹੁਣ ਤਿੰਨਾਂ ਦੀ ਗੱਲ ਕਰ ਲਈਏ, ਆ ਤਿੰਨਾਂ ਦੇ ਇਕੱਠ ਨੂੰ, ਇਹ ਤਿੰਨਾਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਸੀ? ਤ੍ਰਿਵੇਣੀ। ਤ੍ਰਿਵੇਣੀ। ਠੀਕ ਹੈ, ਤਿੰਨ ਯਾਦ ਰੱਖ ਲਓ, ਤ੍ਰਿਵੇਣੀ ਬਣਦੇ ਅਥਰਵੇਦ ਨੂੰ ਛੱਡ ਕੇ, ਕਿਉਂਕਿ ਅਥਰਵੇਦ ਜਿਹੜਾ ਲੇਟ ਰਚਿਆ ਗਿਆ ਸੀ ਅਥਰਵੇਦ ਨੂੰ। ਠੀਕ ਹੈ, ਹੋਰ ਇਹਨਾਂ ਤਿੰਨਾਂ ਨੂੰ ਕੀ ਕਿਹਾ ਜਾਂਦਾ ਸੀ? ਇਹਨਾਂ ਨੂੰ ਕਿਹਾ ਜਾਂਦਾ ਸੀ ਮਤਰੇਈ ਸੰਹਿਤਾ। ਮਤਰੇਈ ਸੰਹਿਤਾ ਵੀ ਕਿਹਾ ਜਾਂਦਾ ਸੀ। ਠੀਕ ਹੈ, ਜੇਕਰ ਮੈਂ ਇਹਨਾਂ ਚਾਰਾਂ ਦੀ ਗੱਲ ਕਰਾਂ ਤਾਂ ਚਾਰਾਂ ਨੂੰ ਕੀ ਕਿਹਾ ਜਾਂਦਾ ਸੀ? ਚਾਰਾਂ ਨੂੰ ਸੰਹਿਤਾ ਵੀ ਕਿਹਾ ਜਾਂਦਾ ਸੀ। ਠੀਕ ਹੈ, ਤੇ ਸ਼ਰਵਣ ਪਰੰਪਰਾ ਵਿੱਚ ਸੁਰੱਖਿਅਤ ਹੋਣ ਕਰਕੇ ਇਹਨਾਂ ਨੂੰ ਵੇਦਾਂ ਦੀ ਸ਼ਰੂਤੀ ਵੀ ਕਿਹਾ ਜਾਂਦਾ ਸੀ, ਚਾਰਾਂ ਨੂੰ। ਸੋ ਆਓ ਵਿਦਿਆਰਥੀ ਹੁਣ ਆਪਾਂ ਅਥਰਵੇਦ ਦੇ ਬਾਰੇ ਵਿੱਚ ਪੜ੍ਹੀਏ। ਜੇਕਰ ਮੈਂ ਗੱਲ ਕਰਾਂ ਅਥਰਵੇਦ ਦੀ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਾਦੂ ਟੂਣਿਆਂ ਬਾਰੇ ਗੱਲਾਂ ਕੀਤੀਆਂ ਗਈਆਂ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਜੋ ਜਾਦੂ ਟੂਣੇ ਕੀਤੇ ਗਏ ਨੇ ਜਾਂ ਜਾਦੂ ਟੂਣੇ ਕੀਤੇ ਜਾਂਦੇ ਹਨ, ਤੰਤਰ ਮੰਤਰ ਬੋਲੇ ਜਾਂਦੇ ਹਨ, ਤਾਂ ਉਹ ਜਿਹੜੀ ਗੱਲਾਂ ਨੇ ਉਹ ਕਿਹਦੇ ਵਿੱਚ ਕੀਤੀਆਂ ਗਈਆਂ ਨੇ? ਤਾਂ ਅਥਰਵੇਦ ਦੇ ਵਿੱਚ ਕੀਤੀਆਂ ਗਈਆਂ। ਹੁਣ ਇਹਨੂੰ ਕੀ ਹੈ? ਤ੍ਰਿਵੇਣੀ ਤੋਂ ਬਾਹਰ ਰੱਖਿਆ ਗਿਆ। ਆਪਾਂ ਹੁਣੇ ਤ੍ਰਿਵੇਣੀ ਬਾਰੇ ਪੜ੍ਹਿਆ ਨਾ,
ਤਰਵੈਣੀ ਤੋਂ ਬਾਹਰ ਇਹਨੂੰ ਰੱਖਿਆ ਗਿਆ ਸੀ। ਠੀਕ ਹੈ, ਤਰਵੈਣੀ ਤੋਂ ਬਾਹਰ ਰੱਖਿਆ ਗਿਆ। ਇਹ ਹਾਲ ਹੀ ਵਿੱਚ ਰਚਿਆ ਗਿਆ, ਯਾਨੀ ਕਿ ਇਹ ਸਭ ਤੋਂ ਬਾਅਦ ਦੇ ਵਿੱਚ ਰਚਿਆ ਗਿਆ। ਠੀਕ ਹੈ, ਇਸ ਕਰਕੇ ਇਹਨੂੰ ਤਰਵੈਣੀ ਤੋਂ ਬਾਹਰ ਰੱਖਿਆ ਗਿਆ। ਤਾਂ ਜੇਕਰ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਕਹਿੰਦੇ ਕਿ ਬ੍ਰਾਹਮਣ ਜਾਂ ਬ੍ਰਹਮਾ ਨਾਲ ਦੇ ਪੁਜਾਰੀ ਜਿਹੜੇ ਨੇ ਦੁਬਾਰਾ ਪਾਠ ਕੀਤਾ ਗਿਆ, ਇਸ ਲਈ ਇਸ ਨੂੰ ਕੀ ਕਿਹਾ ਜਾਂਦਾ? ਬ੍ਰਹਮਦੇਵ ਕਿਹਾ ਜਾਂਦਾ। ਠੀਕ ਹੈ, ਕਿਉਂਕਿ ਇਹਦੇ ਵਿੱਚ ਬ੍ਰਹਮਾ ਦੀ ਜਾਣਕਾਰੀ ਹੈ। ਰਿਗਵੇਦ ਦੇ ਵਿੱਚ ਹੈ ਨਹੀਂ ਸੀ ਬ੍ਰਹਮਾ ਦਾ ਜ਼ਿਕਰ, ਤਾਂ ਇਹਦੇ ਵਿੱਚ ਸੀ। ਇਸ ਕਰਕੇ ਜਿਹੜੇ ਪਾਠ ਕੀਤਾ ਗਿਆ ਪੁਜਾਰੀ ਕੀ ਕਹਾਇਆ? ਬ੍ਰਹਮਦੇਵ ਕਹਾਇਆ ਸੀ। ਸੋ ਵਿਦਿਆਰਥੀਓ, ਉਮੀਦ ਆ ਤੁਹਾਨੂੰ ਇਹਦੇ ਬਾਰੇ ਪਤਾ ਲੱਗ ਗਿਆ ਹੋਣਾ। ਹੁਣ ਆਪਾਂ ਗੱਲ ਕਰੀਏ ਆਰਣਯਕ। ਠੀਕ ਹੈ, ਇਹਨੂੰ ਅਰਣਾਯਕ ਵੀ ਬੋਲ ਦਿੰਦੇ ਕਦੇ ਕਦੇ, ਮਤਲਬ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਇਹਦੀ ਵਰਡਿੰਗ ਦਿੱਤੀ ਹੋਈ ਆ। ਠੀਕ ਹੈ, ਹੁਣ ਮੈਂ ਗੱਲ ਕਰਾਂ ਇਹ ਕੀ ਹੁੰਦੇ ਨੇ। ਇਹ ਹੁੰਦੇ ਨੇ ਮੰਤਰਾਂ ਦੇ ਡੂੰਘੇ ਤੇ ਰਹੱਸਵਾਦੀ ਅਰਥ ਦੱਸਦਾ। ਆਰਣ ਸ਼ਬਦ ਤੋਂ ਭਾਵ ਹੈ ਜੰਗਲਾਂ ਦੇ ਵਿੱਚ ਇਕਾਂਤ ਦੇ ਵਿੱਚ ਪਾਠ ਕਰਨਾ। ਠੀਕ ਹੈ, ਤਾਂ ਇਹਨਾਂ ਦੀ ਗਿਣਤੀ ਕਿੰਨੀ ਆ? 7। ਬਸ ਇਹੀ ਇਹਦੇ ਬਾਰੇ ਚਰਚਾ ਹੈਗੀ ਹੈ। ਇਸ ਤੋਂ ਵੱਧ ਜਿਹੜਾ ਪੇਪਰ ਵਿੱਚ ਪ੍ਰਸ਼ਨ ਨਹੀਂ ਆਵੇਗਾ। ਉਪਨਿਸ਼ਦ ਭਾਵ ਹੈ, ਉਪ ਦਾ ਮਤਲਬ ਨਜ਼ਦੀਕ ਜਾਂ ਕੋਲੇ, ਉਪ ਤੋਂ ਭਾਵ ਕੋਲ, ਨਿਸ਼ਦ ਭਾਵ ਬੈਠਣਾ। ਭਾਵ ਕਿ ਨਿਸ਼ਦ ਤੋਂ ਭਾਵ ਬੈਠਣਾ, ਯਾਨੀ ਕਿ ਗੁਰੂ ਦੇ ਕੋਲ ਬੈਠਣਾ, ਗੁਰੂ ਕੋਲ ਬੈਠਣਾ। ਠੀਕ ਹੈ, ਸੋ ਵਿਦਿਆਰਥੀਓ, ਹੁਣ ਤੁਹਾਨੂੰ ਉਪਨਿਸ਼ਦ ਦਾ ਅਰਥ ਪਤਾ ਚੱਲ ਗਿਆ ਹੋਣਾ ਕਿ ਗੁਰੂ ਦੇ ਕੋਲ ਬੈਠਣ ਨੂੰ। ਜੇਕਰ ਮੈਂ ਗੱਲ ਕਰਾਂ ਕੁੱਲ ਉਪਨਿਸ਼ਦ ਜਿਹੜੇ ਨੇ ਉਹ ਕਿੰਨੇ ਨੇ, ਤਾਂ ਉਹ ਹੈਗੇ ਨੇ 108। ਠੀਕ ਹੈ, ਤੁਸੀਂ ਮੰਦਰਾਂ ਦੇ ਵਿੱਚ ਕਈ ਵਾਰੀ ਸੁਣਿਆ ਹੋਣਾ ਰਾਮ ਰਾਮ 1 ਰਾਮ ਰਾਮ 2 ਕਹਿ ਕੇ ਬੁਲਾਉਂਦੇ ਨੇ, 108 ਤੱਕ ਪੜ੍ਹਦੇ ਨੇ, ਉਹ ਉਪਨਿਸ਼ਦਾਂ ਦੇ ਕਰਕੇ ਪੜ੍ਹਦੇ। ਠੀਕ ਹੈ, ਉਪਨਿਸ਼ਦ ਜਿਹੜੇ ਨੇ 108 ਨੇ। ਜੇਕਰ ਗੱਲ ਕਰਾਂ ਮਾਨਤਾ ਪ੍ਰਾਪਤ, ਤਾਂ ਉਹ ਹੈਗੇ ਨੇ 12, ਜਿਨ੍ਹਾਂ ਨੂੰ ਜਿਹੜੀ ਹੈ ਮਾਨਤਾ ਦਿੱਤੀ ਗਈ ਹੈ। ਅਤੇ ਜਿਹੜਾ ਭਾਰਤ ਦਾ ਜਿਹੜਾ ਰਾਸ਼ਟਰੀ ਆਦਰਸ਼ ਹੈ, ਆਪਾਂ ਬੋਲਦੇ ਹਾਂ ਨਾ ਸਤਿਆਮੇਵ ਜਯਤੇ, ਤਾਂ ਉਹ ਵੀ ਮੁੰਡਕਾ ਉਪਨਿਸ਼ਦ ਸੀ, ਉਹਦੇ ਵਿੱਚੋਂ ਲਿਆ ਗਿਆ ਹੈ। ਮੁੰਡਕਾ ਜਾਂ ਮੁੰਡਕੋ ਵੀ ਬੋਲ ਦਿੰਦੇ ਆ, ਉਹਦੇ ਵਿੱਚੋਂ ਇਸ ਨੂੰ ਕੀ ਲਿਆ ਗਿਆ ਹੈ। ਸੋ ਆਓ ਆਪਾਂ ਵਿਦਿਆਰਥੀਓ ਹੁਣ ਵੇਦਾਂਗ ਦੇ ਬਾਰੇ ਵਿੱਚ ਪੜ੍ਹੀਏ। ਵੇਦਾਂਗ ਕੀ ਚੀਜ਼ ਹੈ? ਜੇਕਰ ਮੈਂ ਗੱਲ ਕਰਾਂ ਵੇਦਾਂਗ ਦੀ, ਤਾਂ ਵੇਦਾਂਗਾਂ ਦੀ ਗਿਣਤੀ ਜਿਹੜੀ ਹੈ 6 ਹੈ। ਠੀਕ ਹੈ, ਵੇਦਾਂਗਾਂ ਦੀ ਗਿਣਤੀ ਕਿੰਨੀ ਹੈ? 6। ਸੋ ਇਹੀ ਪੇਪਰ ਵਿੱਚ ਪੁੱਛ ਸਕਦੇ ਨੇ। ਇਸ ਤੋਂ ਵੱਧ ਜਿਹੜਾ ਵੇਦਾਂਗ ਦੇ ਬਾਰੇ ਵਿੱਚ ਨਹੀਂ ਪੁੱਛਿਆ ਜਾਂਦਾ। ਸੋ ਵਿਦਿਆਰਥੀਓ, ਉਮੀਦ ਹੈ ਤੁਹਾਨੂੰ ਵੈਦਿਕ ਸਾਹਿਤ ਦੇ ਬਾਰੇ ਚੰਗੀ ਤਰ੍ਹਾਂ ਡੈਪਥ ਦੇ ਨਾਲ ਨੌਲੇਜ ਮਿਲ ਗਈ ਹੋਊਗੀ। ਸੋ ਆਓ ਆਪਾਂ ਅੱਗੇ ਪੜ੍ਹਦੇ ਹਾਂ। ਵਿਦਿਆਰਥੀ ਸਾਥੀਓ, ਅੱਗੇ ਆ ਸਾਡੇ ਕੋਲੇ ਬੌਧ ਸਾਹਿਤ, ਯਾਨੀ ਕਿ ਬੌਧਿਕ ਸਾਹਿਤ। ਤਾਂ ਇਹ ਕੀ ਸੀ? 3 ਪਿਟਕ ਸੀ, ਜਿਸ ਨੂੰ ਤ੍ਰਿਪਿਟਕ ਕਿਹਾ ਜਾਂਦਾ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਤ੍ਰਿਪਿਟਕ ਜਿਹੜਾ ਉਹ ਕਿੱਥੋਂ ਦਾ ਸਾਹਿਤ ਹੈ? 3 ਪਿਟਕ ਤਾਂ ਬੌਧ ਸਾਹਿਤ ਹੈ। ਠੀਕ ਹੈ, ਬੁੱਧ ਧਰਮ ਦਾ ਸਾਹਿਤ ਹੈ। ਸਭ ਤੋਂ ਪਹਿਲੇ ਦੀ ਜੇਕਰ ਮੈਂ ਗੱਲ ਕਰਾਂ, ਕਹਿੰਦੇ ਕਿ ਸੁੱਤ ਪਿਟਕ ਵਿੱਚ ਮਹਾਤਮਾ ਬੁੱਧ ਦੇ ਸਿਧਾਂਤਾਂ ਦਾ ਸੰਗ੍ਰਹਿ ਹੈ। ਮਤਲਬ ਕਿ ਜੋ ਮਹਾਤਮਾ ਬੁੱਧ ਨੇ ਪ੍ਰਿੰਸੀਪਲ ਅਪਣਾਏ ਸੀ, ਸਿਧਾਂਤ ਅਪਣਾਏ ਸੀ, ਉਹਨਾਂ ਦਾ ਕੀ ਹੈ? ਸੰਗ੍ਰਹਿ ਹੈ। ਕਹਿੰਦੇ ਕਿ ਜੋ 5 ਨਿਕਾਹੇ ਭਾਵ ਸੰਗ੍ਰਹਿ 'ਤੇ ਆਧਾਰਿਤ ਹੈ। ਕਿੰਨੇ ਸੰਗ੍ਰਹਿ ਨੇ ਇਹਦੇ ਵਿੱਚ? 5। ਠੀਕ ਹੈ, ਸੁੱਤ ਪਿਟਕ ਮਹਾਤਮਾ ਬੁੱਧ ਦੇ ਸਿਧਾਂਤਾਂ ਦੇ ਸੰਗ੍ਰਹਿ ਹੈ, ਅਤੇ ਨਾਲ ਹੀ ਕਿੰਨੇ ਸੰਗ੍ਰਹਿ ਸੀ? 5। ਦੂਜਾ ਕਿਹੜਾ? ਅਭਿਧੰਮ ਪਿਟਕ। ਤਾਂ ਇਹ ਕਹਿੰਦੇ ਤੇ ਵੇਦਾਂਤਿਕ ਸਿਧਾਂਤਾਂ ਦੀ ਚਰਚਾ ਇਹਦੇ ਵਿੱਚ ਕੀਤੀ ਗਈ ਹੈ। ਵੇਦਾਂਤਿਕ ਮਤਲਬ ਵੇਦਾਂ ਦੇ ਬਾਰੇ ਵਿੱਚ ਇਸ 'ਤੇ ਚਰਚਾ ਕੀਤੀ ਗਈ ਹੈ। ਤੀਸਰਾ ਸਾਡੇ ਕੋਲ ਵਿਨੇ ਪਿਟਕ। ਅਤੇ ਇਹਦੇ ਵਿੱਚ ਕੀ ਹੈ? ਜਿਹੜੇ ਬੁੱਧ ਧਰਮ ਦੇ ਮੱਠ ਸੀ, ਉਹਨਾਂ ਦੇ ਸੰਗਠਨ ਅਤੇ ਅਨੁਸ਼ਾਸਨ ਦਾ ਵਰਣਨ ਕੀਤਾ ਗਿਆ ਹੈ। ਠੀਕ ਹੈ, ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਬੁੱਧ ਧਰਮ ਦੇ ਮੱਠਾਂ ਜਾਂ ਅਨੁਸ਼ਾਸਨ ਦਾ ਜਿਹੜਾ ਚਰਚਾ ਉਹ ਕਿਹਦੇ ਵਿੱਚ ਕੀਤੀ ਗਈ ਹੈ? ਤਾਂ ਵਿਨੇ ਪਿਟਕ ਦੇ ਵਿੱਚ। ਹੁਣ ਟੋਟਲ ਜਿਹੜੇ ਪਿਟਕ ਕਿੰਨੇ ਸੀਗੇ? 3 ਸੀ, ਇਸ ਕਰਕੇ ਇਹਨੂੰ ਤ੍ਰਿਪਿਟਕ ਕਿਹਾ ਗਿਆ। ਸੋ ਆਓ ਆਪਾਂ ਅੱਗੇ ਹੁਣ ਜੈਨ ਧਰਮ ਦੇ ਬਾਰੇ ਵਿੱਚ ਪੜ੍ਹੀਏ। ਅੱਗੇ ਆ ਵਿਦਿਆਰਥੀ ਸਾਥੀਓ ਸਾਡੇ ਕੋਲੇ ਜੈਨ ਸਾਹਿਤ, ਭਾਵ ਕਿ ਜੈਨ ਧਰਮ ਦਾ ਜੋ ਲਿਖਤੀ ਰੂਪ ਸੀ ਉਹ ਸਾਨੂੰ ਮਿਲਿਆ। ਅਤੇ ਜੇਕਰ ਗੱਲ ਕਰੀਏ ਈਸਵੀ ਦੀ, ਤਾਂ ਈਸਾ ਪੂਰਵ ਦੀ ਗੱਲ ਹੈ, 5ਵੀਂ ਅਤੇ 6ਵੀਂ ਸ਼ਤਾਬਦੀ ਈਸਾ ਪੂਰਵ ਦੇ ਵਿੱਚ। ਤਾਂ ਜੈਨ ਜਿਹੜੇ ਗ੍ਰੰਥ ਜਿਹੜੇ ਸਭ ਤੋਂ ਉੱਚਤਮ ਮੰਨੇ ਜਾਂਦੇ ਨੇ ਉਹ ਕਿਹੜਾ? ਕਲਪ ਸੂਤਰ, ਆਚਾਰਿਆਗ ਸੂਤਰ, ਭਦਰ ਬਾਹੂ ਚਰਿੱਤਰ ਜਿਹੜੇ ਨੇ ਇਹ ਮਹੱਤਵਪੂਰਨ ਜਿਹੜੇ ਨੇ ਜੈਨ ਧਰਮ ਦੇ ਗ੍ਰੰਥ ਨੇ। 3 ਨੇ। ਮੈਂ ਫਿਰ ਰਿਪੀਟ ਕਰ ਰਿਹਾ, ਕਲਪ ਸੂਤਰ, ਆਚਾਰਿਆਗ ਸੂਤਰ, ਭਦਰ ਬਾਹੂ ਚਰਿੱਤਰ ਜਿਸ ਨੂੰ ਕਿਹਾ ਜਾਂਦਾ ਹੈ। ਇਹ ਕਿਵੇਂ ਸੀ ਇਹਨਾਂ ਦਾ ਨਾਮ ਉਹ ਵੀ ਪੜ੍ਹਾਂਗੇ ਆਪਾਂ। ਆਚਾਰਿਆਗ ਸੂਤਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਹੈ? ਜੈਨ ਭਿਕਸ਼ੂਆਂ ਦੇ ਆਚਾਰ ਦੇ ਨਿਯਮ। ਆਚਾਰ ਦੇ ਨਿਯਮ ਭਾਵ ਕਿ ਉਹਨਾਂ ਦਾ ਆਚਰਣ ਕਿਵੇਂ ਦਾ ਸੀ। ਠੀਕ ਹੈ, ਅੱਗੇ ਆ ਸਾਡੇ ਕੋਲੇ ਹੁਣ ਇਹਦੀ ਰਚਨਾ ਦੀ ਗੱਲ ਕਰੀਏ ਤਾਂ ਕਿਸ ਨੇ ਕੀਤੀ ਸੀ? ਪ੍ਰੀਸ਼ਿਸ਼ਟ ਪ੍ਰਵਨ ਦੀ ਜਿਹੜੀ ਰਚਨਾ ਆਚਾਰਿਆ ਹੋਮ ਚੰਦਰ ਨੇ ਕੀਤੀ ਸੀ। ਠੀਕ ਹੈ,
ਆਚਾਰਿਆ ਹੋਮ ਚੰਦਰ ਸੀ। ਅਸ਼ੋਕ ਦਾ ਜਿਹੜਾ ਪੁੱਤਰ ਸੀ ਸੰਪ੍ਰਿਤੀ, ਠੀਕ ਹੈ, ਜਿਸ ਨੂੰ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ। ਕਹਿੰਦੇ ਕਿ ਜੈਨ ਅਤੇ ਇਸ ਦਾ ਵਰਣਨ ਇਸ ਗ੍ਰੰਥ ਵਿੱਚ ਹੈ ਤੇ ਹੋਰ ਗ੍ਰੰਥ ਜਿਹੜੇ ਨੇ ਜੈਨ ਗ੍ਰੰਥਾਂ ਵਿੱਚੋਂ ਵੀ ਇਸ ਦਾ ਜ਼ਿਕਰ ਮਿਲਦਾ ਹੈ, ਅਸ਼ੋਕ ਦੇ ਪੁੱਤਰ ਸੰਪ੍ਰਿਤੀ ਦਾ, ਚੰਦਰਗੁਪਤ ਦੂਜੇ ਦਾ। ਕਹਿੰਦੇ ਕਿ ਭਦਰ ਬਾਹੂ ਸੀ ਜਿਹੜਾ ਇੱਕ ਲਿਖਤੀ ਰੂਪ ਸੀ ਵਿੱਚ ਸਮਰਾਟ ਉਹੀਓ ਜਿਹੜਾ ਅਸ਼ੋਕ ਦਾ ਪੁੱਤਰ ਸੀ ਸੰਪ੍ਰਿਤੀ ਦੇ ਗੁਰੂ ਆਚਾਰਿਆ ਮਦਰ ਬਾਹੂ। ਹੁਣ ਯਾਦ ਰੱਖ ਲਓ ਇਹਦਾ ਜਿਹੜਾ ਗੁਰੂ ਕੌਣ ਸੀ, ਆਚਾਰਿਆ ਮਦਰ ਬਾਹੂ ਦਾ ਚਰਿੱਤਰ ਹੈ ਭਦਰ ਬਾਹੂ ਦੇ ਵਿੱਚ। ਨਾਮ ਸੀ ਮਦਰ ਬਾਹੂ, ਬੁੱਕ ਦਾ ਨਾਮ ਕੀ ਹੈ, ਭਦਰ ਬਾਹੂ। ਜਨ ਆਗਮਨ ਗ੍ਰੰਥਾਂ ਵਿੱਚ 22 ਅੰਗਾਂ ਦਾ ਕੀ ਹੈ, 12 ਅੰਗਾਂ ਦਾ ਪ੍ਰਮੁੱਖ ਜਿਹੜਾ ਸਥਾਨ ਹੈ, ਠੀਕ ਹੈ। ਸੋ ਵਿਦਿਆਰਥੀਓ, ਇਹ ਸੀ ਸਾਡੇ ਕੋਲੇ ਜੈਨ ਸਾਹਿਤ। ਮੈਂ ਇੰਪੋਰਟੈਂਟ ਫੈਕਟ ਹੀ ਤੁਹਾਨੂੰ ਕਰਵਾ ਰਿਹਾ ਪੇਪਰ ਵਿੱਚ ਜੋ ਪੁੱਛੇ ਜਾਂਦੇ ਨੇ, ਇਹਨਾਂ ਵਿੱਚੋਂ ਹੀ ਜਿਹੜੇ ਪ੍ਰਸ਼ਨ ਨੇ ਬਣ ਕੇ ਤੁਹਾਡੇ ਕੋਲ ਆਉਣਗੇ। ਸੋ ਆਓ ਆਪਾਂ ਹੁਣ ਯਾਤਰੀਆਂ ਦੇ ਬਾਰੇ ਵਿੱਚ ਚਰਚਾ ਕਰੀਏ ਕਿ ਕਿਹੜਾ ਯਾਤਰੀ ਜਿਹੜਾ ਭਾਰਤ ਵਿੱਚ ਆਇਆ ਸੀ ਤੇ ਕਿੰਨੀ ਦੇਰ ਰਿਹਾ ਤੇ ਉਸ ਨੇ ਕਿੰਨੀ ਤੇ ਕਿਹੜੇ ਸਾਹਿਤ ਦੀ ਰਚਨਾ ਕੀਤੀ ਸੀ। ਵਿਦਿਆਰਥੀ ਸਾਥੀਓ, ਸਭ ਤੋਂ ਪਹਿਲਾਂ ਸੀ ਚੀਨ ਦੇ ਯਾਤਰੀ, ਠੀਕ ਹੈ। ਜੋ ਚੀਨੀ ਯਾਤਰੀ ਭਾਰਤ ਦੇ ਵਿੱਚ ਆਏ ਸੀ, ਕਿੰਨੇ ਸਮੇਂ ਵਿੱਚ ਆਏ, ਕੀ ਉਹਨਾਂ ਨੇ ਰਚਨਾ ਕੀਤੀ, ਇਸ ਦੇ ਬਾਰੇ ਵਿੱਚ ਪੜਾਂਗੇ ਅਤੇ ਉਹਨਾਂ ਦੇ ਨਾਮ ਚੰਗੀ ਤਰ੍ਹਾਂ ਡੈਪਥ ਦੇ ਨਾਲ ਜਾਣਾਂਗੇ। ਸੋ ਵਿਦਿਆਰਥੀਓ, ਮੈਂ ਤੁਹਾਨੂੰ ਇੰਪੋਰਟੈਂਟ ਚੀਨੀ ਜੋ ਯਾਤਰੀ ਸੀ ਸਿਰਫ ਉਹੀ ਕਰਵਾਊਂਗਾ, ਸਾਰੇ ਚੀਨੀ ਯਾਤਰੀ ਨੇ ਜਿਹੜੇ ਉਹ ਨਹੀਂ ਕਰਵਾਊਂਗਾ, ਕਿਉਂਕਿ ਪੇਪਰ ਦੇ ਵਿੱਚ ਜਿਹੜੇ ਇੰਪੋਰਟੈਂਟ ਚੀਨੀ ਯਾਤਰੀ ਨੇ ਉਹੀ ਪੁੱਛੇ ਜਾਂਦੇ ਹਨ। ਸੋ ਆਓ ਆਪਾਂ ਇੰਪੋਰਟੈਂਟ ਜੋ ਚੀਨ ਦੇ ਯਾਤਰੀ ਸੀ ਉਹਨਾਂ ਦੇ ਬਾਰੇ ਵਿੱਚ ਚਰਚਾ ਕਰੀਏ। ਵਿਦਿਆਰਥੀ ਸਾਥੀਓ, ਸਭ ਤੋਂ ਪਹਿਲਾਂ ਸਾਡੇ ਕੋਲੇ ਸੁਮਾਚੀਨ। ਚੀਨ ਤੋਂ ਯਾਦ ਰੱਖ ਲਓ, ਇਹਦੇ ਪਿੱਛੇ ਜਿਹੜਾ ਚਿੰਨ੍ਹ ਲੱਗਦਾ, ਬਸ ਇਹਦੀ ਜਿਹੜੀ ਹੈ ਸਿਹਾਰੀ ਪੈਂਦੀ ਹੈ, ਚੀਨ ਦੇ ਅੱਖਰਾਂ ਦੇ ਵਿੱਚ ਕੀ ਹੈ, ਬਿਹਾਰੀ ਪੈਂਦੀ ਹੈ। ਸੁਮਾਚੀਨ ਯਾਦ ਰੱਖ ਲਿਓ, ਸੁਮਾਚੀਨ ਬਹੁਤ ਇੰਪੋਰਟੈਂਟ ਹੈ। ਚੀਨ ਦਾ ਕੀ ਸੀ, ਪਹਿਲਾ ਚੀਨੀ ਇਤਿਹਾਸਕਾਰ ਸੀ। ਜਿਹੜਾ ਚੀਨ ਦੇ ਇਤਿਹਾਸ ਦਾ ਪਿਤਾਮਾ ਉਹ ਵੀ ਇਸ ਨੂੰ ਕਿਹਾ ਜਾਂਦਾ। ਦੋ ਇੰਪੋਰਟੈਂਟ ਕੁਐਸਚਨ ਨੇ, ਮੰਨਿਆ ਜਾ ਸਕਦਾ ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਕਿਹੜਾ ਪਹਿਲਾ ਚੀਨੀ ਇਤਿਹਾਸਕਾਰ ਹੋਇਆ ਸੀ ਭਾਰਤ ਵਿੱਚ, ਤਾਂ ਉਹ ਕਿਹੜਾ ਸੀ, ਸੁਮਾਚੀਨ। ਤੇ ਜਿਹੜਾ ਚੀਨ ਇਤਿਹਾਸ ਦਾ ਪਿਤਾਮਾ ਪਿਓ ਕਿਹਨੂੰ ਮੰਨਿਆ ਜਾਂਦਾ, ਤਾਂ ਉਹ ਕਿਹਨੂੰ ਮੰਨਿਆ ਜਾਂਦਾ, ਸੁਮਾਚੀਨ ਨੂੰ। ਅੱਗੇ ਆ ਸਾਡੇ ਕੋਲੇ ਕਹਿੰਦੇ ਕਿ ਇਸ ਦੇ ਇਤਿਹਾਸ ਤੋਂ ਭਾਰਤ ਦੀ ਜਾਣਕਾਰੀ ਮਿਲਦੀ ਹੈ। ਤਾਂ ਇਹਦਾ ਜਿਹੜਾ ਇਤਿਹਾਸ ਸੀ, ਇੱਥੋਂ ਸਾਨੂੰ ਕੀ ਆ, ਭਾਰਤ ਦੀ ਜਾਣਕਾਰੀ ਵੀ ਮਿਲੀ ਸੀ। ਭਾਰਤ ਕਿਵੇਂ ਸੀ, ਕਿਵੇਂ ਹੋਂਦ ਵਿੱਚ ਆਇਆ, ਉਹ ਆਪਾਂ ਕਿਹਦੇ ਇਤਿਹਾਸ ਤੋਂ ਜਾਣਾਂਗੇ, ਸੁਮਾਚੀਨ ਦੇ ਇਤਿਹਾਸ ਤੋਂ ਸਾਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈ। ਆਹ ਜਿਹੜੇ ਦੋ ਫੈਕਟ ਨੇ ਇਹ ਧਿਆਨ ਦੇ ਵਿੱਚ ਰੱਖ ਲਿਆ ਜੀ, ਠੀਕ ਹੈ, ਬਹੁਤ ਇੰਪੋਰਟੈਂਟ ਨੇ। ਅੱਗੇ ਆ ਵਿਦਿਆਰਥੀ ਸਾਥੀਓ, ਹਿਊਨ-ਸਾਂਗ। ਹਾਹੇ ਤੋਂ ਯਾਦ ਰੱਖ ਲਿਓ, ਹਰਸ਼ਵਰਧਨ ਦੇ ਸਮੇਂ ਭਾਰਤ ਵਿੱਚ ਆਇਆ ਸੀ। ਜਦੋਂ ਭਾਰਤ ਦੇ ਵਿੱਚ ਹਰਸ਼ਵਰਧਨ ਦਾ ਰਾਜ ਸੀ, ਉਸ ਸਮੇਂ ਇਹ ਕੀ ਸੀ, ਭਾਰਤ ਦੇ ਵਿੱਚ ਆਇਆ ਸੀ, ਠੀਕ ਹੈ। ਹਰਸ਼ਵਰਧਨ ਦੇ ਸਮੇਂ ਭਾਰਤ ਵਿੱਚ ਆਇਆ। ਕਿੰਨੇ ਸਾਲ ਰਿਹਾ ਸੀ, 16 ਸਾਲ ਲਗਭਗ ਭਾਰਤ ਦੇ ਵਿੱਚ ਰਿਹਾ ਸੀ। ਇਹਦੀ ਹੁਣ ਰਚਨਾ ਕੀ ਸੀ, ਸਿਊਕੀ, ਠੀਕ ਹੈ, ਸਿਊਕੀ। ਪੇਪਰ ਵਿੱਚ ਜੇਕਰ ਮੈਂ ਤੁਹਾਨੂੰ ਦੱਸਾਂ ਇਹਨੂੰ ਯਾਦ ਰੱਖਣਾ ਹੋਵੇ ਨਾ, ਊੜੇ ਤੋਂ ਯਾਦ ਰੱਖ ਲਓ, ਇਹਦੇ ਨਾਮ ਦੇ ਵਿੱਚ ਵੀ ਊੜਾ, ਠੀਕ ਹੈ। ਇਹਨੂੰ ਬਸ ਉਲਟਾ ਕਰ ਦਿਓ, ਸੱਸਾ ਜਿਹੜਾ ਉਹ ਵੀ ਇਹਦੇ ਨਾਮ 'ਚ। ਇਹਦੀ ਰਚਨਾ ਤੁਹਾਨੂੰ ਪਤਾ ਲੱਗ ਜੂਗੀ, ਸਿਊਕੀ। ਕਈਆਂ ਦੇ ਵਿੱਚ ਨਾ ਸੀਜੂਕੀ ਬੋਲਿਆ ਹੁੰਦਾ, ਠੀਕ ਹੈ, ਤਾਂ ਧਿਆਨ ਤੁਸੀਂ ਦੇ ਲਿਆ ਜੇ। ਅਲੱਗ-ਅਲੱਗ ਜਿਹੜੇ ਨੇ, ਅਲੱਗ-ਅਲੱਗ ਬੁੱਕਸ ਦੇ ਵਿੱਚ ਨਾ ਅਲੱਗ-ਅਲੱਗ, ਤੁਹਾਨੂੰ ਵੀ ਪਤਾ ਜਿਹੜਾ ਇਤਿਹਾਸ ਹੈ ਇਹ ਮਿਥਿਹਾਸ ਹੀ ਹੁੰਦਾ, ਮਿਥਿਆ ਗਿਆ, ਠੀਕ ਹੈ। ਇਸ ਕਰਕੇ ਹੁਣ ਹਿਊਨ-ਸਾਂਗ ਦੀ ਰਚਨਾ ਜੇਕਰ ਗੱਲ ਕਰਾਂ, ਉਹ ਵੀ ਜਿਹੜੇ ਨੇ ਅਲੱਗ-ਅਲੱਗ ਨਾਮਾਂ ਨਾਲ ਬੁਲਾਈ ਜਾਂਦੀ ਹੈ, ਸਿਊਕੀ, ਕਿਸੇ 'ਚ ਸਿਜੂਕੀ ਵੀ ਬੋਲ ਦਿੰਦੇ ਨੇ। ਅੱਗੇ ਸਾਡੇ ਕੋਲੇ ਕਹਿੰਦੇ ਕਿ ਇਸ ਨੂੰ ਪ੍ਰਿੰਸ ਆਫ ਪੈਲੀਗ੍ਰਾਮ ਕਹਿੰਦੇ ਆ, ਠੀਕ ਹੈ, ਪੈਲੀਗ੍ਰਾਮ। ਹੋਰ ਇਸ ਨੂੰ ਕੀ ਕਹਿ ਕੇ ਬੁਲਾਇਆ ਜਾਂਦਾ, ਹਿਊਨ-ਸਾਂਗ ਨੂੰ ਪ੍ਰਿੰਸ ਆਫ ਪੈਲੀਗ੍ਰਾਮ। ਪੱਪੇ ਤੂੰ ਯਾਦ ਰੱਖ ਲਿਓ, ਪ੍ਰਿੰਸ ਵੀ ਹੈ, ਪੈਲੀਗ੍ਰਾਮ ਵੀ ਹੈ। ਅੱਗੇ ਆ ਸਾਡੇ ਕੋਲੇ ਹੁਣ ਕਹਿੰਦੇ ਜਿਹੜਾ ਹਿਊਲੀ ਹੈ, ਇਹਨੇ ਕੀ ਕੀਤਾ ਸੀ, ਹਿਊਨ-ਸਾਂਗ ਦੀ ਜੀਵਨੀ ਲਿਖੀ ਸੀਗੀ, ਠੀਕ ਹੈ। ਹਾਹੇ ਤੋਂ ਯਾਦ ਰੱਖ ਲਿਓ, ਹਿਊਨ-ਸਾਂਗ ਦੀ ਜਿਹੜੀ ਜੀਵਨੀ ਹੈ ਉਹ ਕਿਹਨੇ ਲਿਖੀ ਸੀ, ਹਿਊਲੀ ਨੇ, ਠੀਕ ਹੈ। ਉਹਦੇ ਜੀਵਨ ਦੇ ਬਾਰੇ ਵਿੱਚ ਕਿਸ ਨੇ ਗੱਲ ਕੀਤੀ ਸੀ, ਹਿਊਲੀ। ਯਾਦ ਰੱਖ ਲਿਓ, 3H ਦਾ ਸਿਧਾਂਤ ਜੇਕਰ ਆਪਾਂ ਨੂੰ ਦੇ ਦਈਏ ਤਾਂ ਸਹੀ ਹੈ, ਠੀਕ ਹੈ। 3H 3H। ਪਹਿਲੀ H ਹਿਊਨ-ਸਾਂਗ ਨੂੰ ਗਈ, ਦੂਜੀ H ਹਰਸ਼ਵਰਧਨ, ਤੀਜੀ ਕਿਹਨੂੰ ਗਈ, ਹਿਊਲੀ ਨੂੰ, ਠੀਕ ਹੈ। ਤਾਂ ਇਹ ਮੈਨੂੰ ਲੱਗਦਾ ਤੁਹਾਨੂੰ ਹੁਣ ਕਦੇ ਵੀ ਨਹੀਂ ਭੁੱਲੇਗਾ। ਮੈਂ ਟ੍ਰਿਕ ਵੀ ਤੁਹਾਨੂੰ ਨਾਲ ਕਰਵਾਉਂਦਾ ਰਹਿਣਾ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਡੈਪਥ ਦੇ ਨਾਲ ਜਾਣਕਾਰੀ ਪ੍ਰਾਪਤ ਕਰ ਸਕੋ। ਸੋ ਆਓ ਆਪਾਂ ਅੱਗੇ ਪੜ੍ਹਦੇ ਹਾਂ। ਅੱਗੇ ਆ ਵਿਦਿਆਰਥੀ ਸਾਥੀਓ, ਸਾਡੇ ਕੋਲੇ ਫਾਹਯਾਨ, ਜਿਸ ਨੂੰ ਫੀਨਾਯਾਨ ਵੀ ਬੋਲ ਦਿੰਦੇ ਨੇ, ਠੀਕ ਹੈ। ਇਹ ਕਦੋਂ ਆਇਆ ਸੀ, ਚੰਦਰਗੁਪਤ ਦੂਜੇ ਦੇ ਸਮੇਂ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਫਾਹਯਾਨ ਜਿਹੜਾ ਸੀ ਭਾਰਤ ਵਿੱਚ ਕਦੋਂ ਆਇਆ, ਕਿਸ ਦੇ ਸਮੇਂ ਵਿੱਚ ਆਇਆ, ਤਾਂ ਚੰਦਰਗੁਪਤ ਦੂਜੇ ਦੇ ਸਮੇਂ ਵਿੱਚ ਆਇਆ ਸੀ। ਕਿੰਨੇ ਸਾਲ ਰਿਹਾ, 15। ਹਿਊਨ-ਸਾਂਗ ਆਪਾਂ ਪੜ੍ਹਿਆ ਸੀਗਾ, ਉਹ ਕਿੰਨੇ ਸਾਲ ਰਿਹਾ ਸੀਗਾ, 16 ਸਾਲ, ਠੀਕ ਹੈ।
ਹੁਣ ਇਹਨੇ ਕਿਤਾਬ ਕਿਹੜੀ ਲਿਖੀ ਸੀ ਜਾਂ ਇਸਨੇ ਜਿਹੜੀ ਰਚਨਾ ਕੀਤੀ ਤਾਂ ਉਹ ਕੀ ਸੀ? ਫੋ ਕੀ ਕਿਊ। ਠੀਕ ਹੈ, ਇਸ ਨੂੰ ਵੀ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ, ਫੱਫੇ ਤੋਂ ਯਾਦ ਰੱਖ ਲਿਓ ਫਾਹ ਜਾਣ ਦਾ, ਕਿਹੜੀ ਸੀ? ਫੋ ਕੀ ਕਿਊ। ਤਾਂ ਨਾਲ ਹੀ ਜੇਕਰ ਮੈਂ ਗੱਲ ਕਰਾਂ ਚੀਨ ਤੋਂ ਹੋਰ ਕਿਹੜੇ ਕਿਹੜੇ ਆਏ ਸੀ, ਕਹਿੰਦੇ ਕਿ ਹੋਰ ਯਾਤਰੀ ਜਿਹੜਾ ਤਿੱਬਤ ਦਾ ਸੀਗਾ ਲੇਖਕ ਲਾ ਮਾਤਰਾ। ਠੀਕ ਹੈ, ਨਾਮ ਸੀ ਇਹਦਾ ਲਾ ਮਾਤਰਾ, ਬਹੁਤ ਮਸ਼ਹੂਰ ਹੋਇਆ ਸੀ। ਤਾਂ ਇਹਨਾਂ ਦੇ ਜਿਹੜੇ ਗ੍ਰੰਥ ਸੀ ਤੰਗਯੁਰ ਤੇ ਕੰਗਯੁਰ। ਠੀਕ ਹੈ, ਤੰਗਯੁਰ ਤੇ ਕੰਗਯੁਰ ਇਹ ਬਹੁਤ ਮਸ਼ਹੂਰ ਹੋਏ ਸੀ। ਹੁਣ ਯਾਦ ਰੱਖ ਲਿਓ, ਮੈਂ 4 ਤੁਹਾਨੂੰ ਚੀਨੀ ਯਾਤਰੀ ਕਰਵਾਤੇ ਨੇ। ਆਹ ਜਿਹੜਾ ਸੀ ਤਿੱਬਤੀ ਸੀਗਾ ਲਾ ਮਾਤਰਾ, ਇਸ ਨੂੰ ਨਾਮ ਸੀ ਇਹਦਾ ਲਾ ਮਾਤਰਾ। ਇਹਦੇ ਜਿਹੜੇ ਗ੍ਰੰਥ ਕਿਹੜੇ ਕਿਹੜੇ ਸੀ? ਤੰਗਯੁਰ ਤੇ ਕੰਗਯੁਰ। ਠੀਕ ਹੈ, ਤੰਗਯੁਰ ਤੇ ਕੰਗਯੁਰ। ਸੋ ਆਓ ਹੁਣ ਵਿਦਿਆਰਥੀਓ ਆਪਾਂ ਮੁਸਲਮਾਨ ਯਾਤਰੀਆਂ ਬਾਰੇ ਪੜ੍ਹੀਏ ਕਿ ਕਿਹੜੇ ਕਿਹੜੇ ਮੁਸਲਮ ਯਾਤਰੀ ਜਿਹੜੇ ਭਾਰਤ ਦੇ ਵਿੱਚ ਆਏ ਸਨ। ਵਿਦਿਆਰਥੀ ਸਾਥੀਓ, ਸਾਡੇ ਸਾਹਮਣੇ ਡਿਸਪਲੇ ਤੇ ਮੌਜੂਦ ਨੇ ਮੁਸਲਮਾਨ ਜਿਹੜੇ ਯਾਤਰੀ ਆਏ ਸੀ। ਸਭ ਤੋਂ ਪਹਿਲਾਂ ਜਿਹੜਾ ਸੀ ਕਹਿੰਦੇ ਕਿ 19ਵੀਂ ਸਦੀ ਦੇ ਮੱਧ ਵਿੱਚ। ਠੀਕ ਹੈ, 19ਵੀਂ ਸਦੀ ਦੇ ਸੈਂਟਰ ਮਿਡਲ ਦੇ ਵਿੱਚ ਕੌਣ ਆਇਆ ਸੀ? ਤਾਂ ਅਰਬ ਯਾਤਰੀ ਸੀ ਸੁਲੇਮਾਨ। ਤਾਂ ਇਹਨੇ ਕਿਹੜੇ ਦੇ ਰਾਜ ਵਿੱਚ ਆਇਆ ਤੇ ਇਹਦੀ ਜਾਣਕਾਰੀ ਜਿਹੜੀਆਂ ਨੇ ਰਚਨਾਵਾਂ ਤੋਂ ਕਿਹੜੇ ਰਾਜ ਦੀ ਮਿਲਦੀ ਹੈ? ਤਾਂ ਉਹ ਕਿਹੜੀ ਜਾਣਕਾਰੀ ਹੈ ਸਾਨੂੰ ਮਿਲਦੀ? ਪਾਲ ਤੇ ਪ੍ਰਤਿਹਾਰ ਰਾਜਾਂ ਦੀ। ਠੀਕ ਹੈ, ਰਾਜੇ ਕਿਹੜੇ ਕਿਹੜੇ ਸੀ? ਪਾਲ ਵੰਸ਼ ਜਾਂ ਪ੍ਰਤਿਹਾਰ ਵੰਸ਼ ਦਾ। ਦੂਜਾ ਕਿਹੜਾ ਆਇਆ ਸੀ? ਅਲਮਸੁਦੀ, 10ਵੀਂ ਸਦੀ ਦੇ ਮੱਧ ਵਿੱਚ ਆਇਆ। ਆ 9ਵੀਂ 'ਚ ਆਇਆ ਸੀ, ਆ 10ਵੀਂ ਸਦੀ ਦੇ ਮੱਧ ਵਿੱਚ। ਤਾਂ ਇਹਦੇ ਵੇਲੇ ਕਿਹੜੇ ਰਾਜਾਂ ਦਾ ਵਰਣਨ ਹੈ ਇਹਦੇ ਵਿੱਚ? ਰਾਸ਼ਟਰਕੂਟ। ਠੀਕ ਹੈ, ਜਿਹੜੇ ਦੱਖਣ ਦੇ ਰਾਜੇ ਸੀ ਉਹਨਾਂ ਦਾ ਜ਼ਿਕਰ ਹੈ। ਅੱਗੇ ਆ ਸਾਡੇ ਕੋਲੇ ਅਬੂ ਜਈਦ ਨੇ ਭਾਰਤ ਵਿੱਚ ਕਹਿੰਦੇ ਭਾਰਤ ਅਤੇ ਪੂਰਬੀ ਦੇਸ਼ਾਂ ਵਿੱਚ ਹੋਣ ਵਾਲੇ ਵਪਾਰ ਬਾਰੇ ਲਿਖਿਆ। ਹੁਣ ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਭਾਰਤ ਤੇ ਪੂਰਬੀ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਵਪਾਰ ਬਾਰੇ ਕਿਸ ਲੇਖਕ ਨੇ ਲਿਖਿਆ ਸੀ ਜਾਂ ਕਿਸ ਯਾਤਰੀ ਜਾਂ ਕਿਸ ਇਤਿਹਾਸਕਾਰ ਨੇ ਲਿਖਿਆ ਸੀ? ਤਾਂ ਉਹ ਮੁਸਲਿਮ ਯਾਤਰੀ ਸੀ ਅਬੂ ਜਈਦ। ਨੈਕਸਟ ਹੈ ਵਿਦਿਆਰਥੀ ਸਾਥੀਓ ਸਾਡੇ ਕੋਲ ਕਹਿੰਦੇ ਕਿ ਭਾਰਤ ਦੇ ਵਿਸ਼ੇ ਵਿੱਚ ਲਿਖਣ ਵਾਲੇ ਅਰਬੀ ਵਿਦਵਾਨਾਂ ਵਿੱਚੋਂ ਸਭ ਤੋਂ ਉੱਚਾ ਸਥਾਨ ਕਿਹਨੂੰ ਮਿਲਿਆ ਹੋਇਆ? ਅਲ-ਬਰੂਨੀ ਨੂੰ। ਠੀਕ ਹੈ, ਜੋ ਮਹਿਮੂਦ ਗਜਨਵੀ ਦੇ ਨਾਲ ਭਾਰਤ ਵਿੱਚ ਆਇਆ। ਜਦੋਂ ਮਹਿਮੂਦ ਦੇਸ਼ ਦੀ ਲੁੱਟ ਵਿੱਚ ਰੁੱਝਿਆ ਹੋਇਆ ਸੀ ਉਦੋਂ ਅਲ-ਬਰੂਨੀ ਸੀ ਜਿਹੜਾ ਸੰਸਕ੍ਰਿਤ ਦੇ ਅਧਿਐਨ ਵਿੱਚ ਲੱਗਿਆ ਹੋਇਆ ਸੀ। ਯਾਨੀ ਕਿ ਮਹਿਮੂਦ ਗਜਨਵੀ ਦੇ ਨਾਲ ਆਇਆ ਤੇ ਜਦੋਂ ਮਹਿਮੂਦ ਦੇਸ਼ ਨੂੰ ਲੁੱਟਣ ਵਿੱਚ ਲੱਗਿਆ ਹੋਇਆ ਸੀ ਤਾਂ ਉਹ ਆਪਣੀ ਰਚਨਾ ਦੇ ਵਿੱਚ ਲੱਗਿਆ ਹੋਇਆ ਸੀ। ਅਲ-ਬਰੂਨੀ ਸੀ ਜਿਹੜਾ ਸੰਸਕ੍ਰਿਤ ਦੇ ਅਧਿਐਨ ਦੇ ਵਿੱਚ। ਤਾਂ ਅਧਿਐਨ ਤੋਂ ਬਾਅਦ ਇਹਨੇ ਕੀ ਲਿਖ ਦਿੱਤਾ ਸੀ? ਕਿਹੜਾ ਗ੍ਰੰਥ? ਤਹਿਕੀਕੇ ਹਿੰਦ। ਇਹਨੂੰ ਤਹਿਰੀਕੇ ਹਿੰਦ ਵੀ ਬੋਲ ਦਿੰਦੇ ਨੇ। ਠੀਕ ਹੈ, ਤਾਂ ਅੱਗੇ ਆ ਸਾਡੇ ਕੋਲੇ ਵਿਆਕਰਨ ਦੀ ਰਚਨਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਿਹਨੇ ਕੀਤੀ ਸੀ? ਪਾਣਨੀ ਨੇ। ਜਿਹੜੇ ਤੁਸੀਂ ਨਾਵ ਪੜਨਾਵ ਕਰਦੇ ਹੋ ਨਾ, ਇਸ ਦੀ ਰਚਨਾ ਸਭ ਤੋਂ ਪਹਿਲਾਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੀਤੀ ਗਈ ਸੀ। ਸੰਸਕ੍ਰਿਤ ਦੇ ਵਿੱਚ ਤਾਂ ਕਿਹਨੇ ਕੀਤੀ ਸੀ? ਪਾਣਨੀ ਨੇ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਵਿਆਕਰਨ ਦਾ ਰਚੇਤਾ ਕੌਣ ਸੀ? ਤਾਂ ਉਹ ਸੀਗਾ ਪਾਣਨੀ। ਸੋ ਵਿਦਿਆਰਥੀਓ, ਇਹ ਸੀ ਸਾਡੀ ਅੱਜ ਦੀ ਵੀਡੀਓ ਜੋ ਕਿ B ਪਾਰਟ ਤੁਹਾਡੇ ਸਾਹਮਣੇ ਅਸੀਂ ਅੱਜ ਪੇਸ਼ ਕੀਤਾ। ਉਮੀਦ ਹੈ ਤੁਹਾਨੂੰ ਇੱਕ ਨੌਲੇਜ ਜਿਹੜੀ ਹੈ ਡੈਪਥ ਦੇ ਨਾਲ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਸੋ ਕੁੱਬਾ ਲਰਨੋਲਜੀ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ। ਵਿਦਿਆਰਥੀ ਸਾਥੀਓ, ਜੇਕਰ ਸਾਡਾ ਚੈਨਲ ਤੁਹਾਨੂੰ ਇਹ ਚੰਗਾ ਲੱਗੇ ਕਿ ਸਾਡੀ ਜਿਹੜੀ ਨੌਲੇਜ ਹੈ ਤੁਹਾਨੂੰ ਪ੍ਰੋਵਾਈਡ ਕਰਵਾਈ ਗਈ ਹੈ ਵਧੀਆ ਲੱਗਦੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਵਿਦਿਆਰਥੀਓ, ਇਹ ਕਹਿੰਦਾ ਹੋਇਆ ਮੈਂ ਅਲਵਿਦਾ ਲੈਂਦਾ ਹਾਂ। ਧੰਨਵਾਦ ਜੀ।